ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਇਤਿਹਾਸ ਸਾਖੀ ਰੂਪ ਦੇ ਵਿੱਚ ਸਰਵਣ ਕਰ ਰਹੇ ਹੋ। ਆਪ ਜੀ ਨੇ ਇਤਿਹਾਸ ਸਰਵਣ ਕੀਤਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਵਿਆਹ ਕੇ ਮਾਤਾ ਪਿਤਾ ਪਰਮਾਨੰਦ ਜੀ, ਜੈ ਰਾਮ ਜੀ, ਚਾਚਾ ਲਾਲੂ ਜੀ, ਮਾਤਾ ਸੁਲੱਖਣੀ ਜੀ ਦਾ ਡੋਲਾ ਲੈ ਕੇ ਮੂਲ ਚੰਦ ਪਟਵਾਰੀ ਜੀ ਤੋਂ ਵਿਦਾਇਗੀ ਲੈ ਕੇ ਜਿੱਤੇ ਰੰਧਾਵੇ ਤੋਂ ਵਿਦਾਈ ਲੈ ਕੇ ਬੜੇ ਪ੍ਰੇਮ ਸਤਿਕਾਰ ਸਹਿਤ ਵਾਪਸ ਆ ਜਾਂਦੀ ਹੈ ਸਾਰੀ ਬਰਾਤ। ਔਰ ਬਰਾਤ ਪੈਂਡਾ ਤੈਅ ਕਰਦੇ ਹੋਏ ਸੁਲਤਾਨਪੁਰ ਲੋਧੀ ਆ ਜਾਂਦੀ ਹੈ। ਅੱਜ ਇਹ ਪ੍ਰਸੰਗ ਆਪ ਜੀ ਨੇ ਸਰਵਣ ਕਰਨਾ। ਭਾਈ ਬਾਲਾ ਜੀ ਪ੍ਰੇਮ ਦੇ ਨਾਲ ਸਾਰੀ ਸਾਖੀ ਸੁਣਾਉਂਦੇ ਹਨ। ਆਓ ਪ੍ਰੇਮ ਦੇ ਨਾਲ ਆਪਾਂ ਸਾਖੀ ਸਰਵਣ ਕਰੀਏ। ਹਾਂਜੀ। श्री बाला संधुर बाच चौपई निकट नगर के गई बराता। ਹੁਣ ਭਾਈ ਬਾਲਾ ਜੀ ਕਹਿਣ ਲੱਗੇ, ਜਦੋਂ ਬਰਾਤ ਵਾਪਸ ਆਈ ਨਾ ਸੁਲਤਾਨਪੁਰ ਲੋਧੀ ਦੇ ਨਿਕਟ ਪਹੁੰਚੀ, जाकी शोभा पांतिन पांता। ਸਾਰੇ ਪਾਸੇ ਬੜੀ ਸ਼ੋਭਾ ਹੋ ਰਹੀ ਹੈ। बाजे तुरही पट है निशाना। ਹੁਣ ਬਰਾਤ ਦੇ ਮੂਹਰੇ ਜਿਵੇਂ ਬਿਨਾਂ ਬਾਜੇ ਵੱਜਦੇ ਆਉਂਦੇ ਨੇ, ਇਸ ਪ੍ਰਕਾਰ ਖੁਸ਼ੀ ਦੇ ਵਿੱਚ ਬਹੁਤ ਗੁਣਗਾਨ ਗਾਏ ਜਾ ਰਹੇ ਹਨ। पुर के नर न सुनी तुन कान। ਹੁਣ ਜਦੋਂ ਸੁਲਤਾਨਪੁਰ ਲੋਧੀ ਦੇ ਨਗਰ ਦੇ ਲੋਕਾਂ ਨੇ ਆਵਾਜ਼ ਸੁਣੀ ਬਈ ਨਫੀਰੀਆਂ ਬਾਜੇ ਵੱਜ ਰਹੇ ਹਨ, ਸਾਰੇ ਸਮਝ ਗਏ ਵੀ ਜਿਹੜੀ ਬਰਾਤ ਸੁਲਤਾਨਪੁਰ ਲੋਧੀ ਤੋਂ ਚੜ੍ਹੀ ਸੀ ਉਹ ਵਾਪਸ ਆ ਰਹੀ ਹੈ। ਸੋ ਇਸ ਪ੍ਰਕਾਰ ਸਾਰੇ ਖੁਸ਼ੀ ਦੇ ਵਿੱਚ ਦੇਖਣ ਦੇ ਮਾਰੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਸ ਕਰਨ ਦੇ ਮਾਰੇ ਦੁਨੀਆ ਬਾਹਰ ਨਿਕਲ ਆਈ ਘਰਾਂ ਤੋਂ। ਹਾਂਜੀ। पावस विखे उठा कन कोरा। ਇਸ ਪ੍ਰਕਾਰ ਜਿਵੇਂ ਬਰਸਾਤ ਤੋਂ ਪਹਿਲਾਂ ਬੱਦਲ ਦੇ ਗੱਜਣ ਦੀ ਆਵਾਜ਼ ਆਉਂਦੀ ਹੈ ਔਰ ਹਾਂਜੀ ख्वै पर मोद ज्यों मोर न थोरा। ਔਰ ਮੋਰ ਜਿਹੜੇ ਨੇ ਬੜੇ ਪਹਿਲਾਂ ਪਾਉਂਦੇ ਨੇ। ਇਸ ਪ੍ਰਕਾਰ ਸੁਲਤਾਨਪੁਰ ਲੋਧੀ ਦੇ ਗਰੀਬ ਗਰੂਬੇ ਵੀ ਬਹੁਤ ਧਨ ਪਦਾਰਥ ਮਿਲੇਗਾ, ਦਾਨ ਪੁੰਨ ਕਰਨਗੇ ਔਰ ਪੈਸੇ ਵਾਰਨਗੇ। ਇਸ ਤਰ੍ਹਾਂ ਗਰੀਬ ਦੁਨੀਆ ਬਹੁਤ ਖੁਸ਼ ਹੋ ਰਹੀ ਹੈ। ਹਾਂਜੀ। त्यों पुर मन जो रहे हर खाई। ਇਸ ਪ੍ਰਕਾਰ ਲੋਕ ਬਹੁਤ ਖੁਸ਼ ਹੋ ਰਹੇ ਹਨ। सदन नानकी पनत बधाई। ਹੁਣ ਘਰ ਦੇ ਵਿੱਚ ਬੇਬੇ ਨਾਨਕੀ ਜੀ ਨੂੰ ਵਧਾਈ ਦੇਣ ਵਾਲਿਆਂ ਦੀ ਲਾਈਨ ਲੱਗ ਗਈ। ਬੜੀ ਖੁਸ਼ੀ ਮਨਾਈ ਜਾ ਰਹੀ ਹੈ। तूरन बहरन करते आए। ਹੁਣ ਜਦੋਂ ਬਾਹਰ ਨਗਰ ਦੇ, ਜਿਵੇਂ ਹੁਣ ਪਿੰਡ ਹੈ, ਨਗਰ ਦੇ ਬਾਹਰਲੇ ਪਾਸੇ ਬਰਾਤ ਆ ਜਾਵੇ ਵਾਪਸ, ਇਸ ਤਰ੍ਹਾਂ ਜਦੋਂ ਬਰਾਤ ਵਾਪਸ ਆਈ, हित बिलोक ने मन सुख पाए। ਹੁਣ ਲੋਕੀ ਕਹਿੰਦੇ ਨੇ ਵੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਹੋਣਗੇ। ਦਰਸ਼ਨ ਕਰਨ ਵਾਸਤੇ ਭਾਗਾਂ ਵਾਲੇ ਬਹੁਤ ਕਾਹਲੀ ਕਾਹਲੀ ਦੇ ਵਿੱਚ ਤੁਰੇ ਹਨ। कर श्रृंगार को नागर नारी। ਹੁਣ ਬੇਬੇ ਨਾਨਕੀ ਜੀ ਦੀਆਂ ਪਰਿਵਾਰ ਦੀਆਂ ਜੋ ਮਾਈ ਲੋਕ ਹਨ, ਉਹ ਤਿਆਰੀ ਕਰਕੇ ਵੀ ਮਾਤਾ ਸੁਲੱਖਣੀ ਜੀ ਦਾ ਡੋਲਾ ਤਾਰਨਾ ਹੈ, ਇਸ ਤਰ੍ਹਾਂ ਇਕੱਠੀਆਂ ਹੋ ਕੇ ਆਈਆਂ। ਭੂਖਨ ਬਸਨ ਰੁਚਿਰ ਛਬ ਤਾਰੀ। ਜਿਸ ਤਰ੍ਹਾਂ ਦੇ ਉਹਨਾਂ ਕੋਲੇ ਵਸਤਰ ਸਨ, ਗਹਿਣੇ, ਉਸ ਤਰ੍ਹਾਂ ਦੇ ਪਾ ਕੇ ਆਪਣੇ ਮਨ ਦੇ ਚਾਅ ਪੂਰੇ ਕਰਨ ਵਾਸਤੇ ਪਹੁੰਚੀਆਂ। ਬਾਂਧ ਬਾਂਧ ਬੀਥਨ ਮਹਿ ਟੋਲੀ। ਇਸ ਪ੍ਰਕਾਰ ਟੋਲੇ ਬੰਨ ਕੇ ਮਾਈਆਂ ਟੋਲੇ ਬੰਨ ਕੇ ਆਈਆਂ ਬੇਬੇ ਨਾਨਕ ਜੀ ਦੇ ਘਰ ਆਏ ਨਿਕੇਤ ਵਧਾਈ ਬੋਲੀ। ਔਰ ਆ ਕੇ ਬੇਬੇ ਨਾਨਕੀ ਜੀ ਨੂੰ ਵਧਾਈਆਂ ਦਿੰਦੇ ਨੇ, ਜਸ ਉਚਾਰਨ ਕਰਦੇ ਨੇ, ਬਹੁਤ ਗੁਰੂ ਨਾਨਕ ਦੇਵ ਜੀ ਦੀ ਉਪਮਾ ਕਰਦੀਆਂ ਹਨ। ਹਾਂਜੀ। ਬਧੂ ਬਿਲੋਕਨ ਕੀ ਅਭਿਲਾਖਾ। ਔਰ ਬੇਬੇ ਨਾਨਕੀ ਜੀ ਦੇ ਪਾਸ ਆ ਕੇ ਕਹਿੰਦੀਆਂ ਨੇ ਵੀ ਜੋ ਡੋਲਾ ਲੈ ਕੇ ਆਏ ਨੇ, ਭਾਵ ਮਾਤਾ ਸੁਲੱਖਣੀ ਜੀ ਨੂੰ
ਦੇਖਣ ਵਾਸਤੇ ਆਈਆਂ ਨੇ ਮਾਈਆਂ ਸਾਰੀਆਂ ਸੁਲਤਾਨਪੁਰ ਲੋਧੀ ਦੀਆਂ। ਹਾਂਜੀ, ਨਿਕਟ ਨਾਨਕੀ ਕਹਿ ਸੁਭ ਭਾਖਾ। ਹੁਣ ਬੇਬੇ ਨਾਨਕੀ ਜੀ ਦੇ ਨੇੜੇ ਜਾ ਕੇ ਇਉਂ ਕਹਿੰਦੀਆਂ ਹਨ। ਨਗਰ ਪ੍ਰਵੇਸੀ ਸਗਲ ਬਰਾਤ। ਇਸ ਪ੍ਰਕਾਰ ਕਹਿੰਦੇ ਵੀ ਸਾਨੂੰ ਜਿਹੜੀ ਬੀਬੀ ਸੁਲੱਖਣੀ ਜੀ ਹੈ ਉਹਨੂੰ ਦਿਖਾਓ। ਇਸ ਤਰ੍ਹਾਂ ਨਿਕਟ ਨਾਨਕੀ ਕਹਿ ਸੁਭ ਭਾਖਾ, ਇਸ ਤਰ੍ਹਾਂ ਕਹਿੰਦੀਆਂ ਹਨ। ਬਧੂ ਬਿਲੋਕਨ ਕੀ ਅਭਿਲਾਖਾ, ਕਿ ਸਾਡੇ ਮਨ ਵਿੱਚ ਜਿਹੜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਹਨ, ਮਾਤਾ ਸੁਲੱਖਣੀ ਜੀ, ਉਹਨਾਂ ਦੀ ਅਭਿਲਾਖਾ ਹੈ ਸਾਨੂੰ ਦਰਸ਼ਨ ਕਰਨ ਦੀ। ਇਸ ਤਰ੍ਹਾਂ ਮਾਈਆਂ ਟੋਲੇ ਬੰਨ੍ਹ ਕੇ ਬੇਬੇ ਨਾਨਕੀ ਜੀ ਦੇ ਘਰ ਪਹੁੰਚੀਆਂ। ਨਗਰ ਪ੍ਰਵੇਸੀ ਸਗਲ ਬਰਾਤਾ। ਔਰ ਹੋਰ ਵੀ ਸਾਰੇ ਬਰਾਤ ਵੀ ਨਗਰ ਦੇ ਵਿੱਚ ਪ੍ਰਵੇਸ਼ ਕਰ ਗਈ। ਜਨ ਆਨੰਦ ਕੋ ਮੇਘ ਸੁਹਾਤਾ। ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਦੁਲਹੋ ਦੁਲਹਨ ਆਗੇ ਜਾਵਤ। ਹੁਣ ਸਭ ਤੋਂ ਪਹਿਲਾ ਡੋਲਾ ਕਿਹਦੇ ਹੈ? ਬੇਬੇ ਮਾਤਾ ਸੁਲੱਖਣੀ ਜੀ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਥੇ ਲਿਖਿਆ ਵੀ ਦੁल्हा ਤੇ ਦੁਲਹਨ ਦਾ ਜਿਹੜਾ ਡੋਲਾ ਹੈ, ਭਾਵ ਉਹ ਜਿਹੜੀ ਗੱਡੇ ਦੇ ਉੱਪਰ ਉਹ ਪਾਲਕੀ ਸਜਾਈ ਹੈ, ਉਹਦੇ ਵਿੱਚ ਰਥ ਦੇ ਵਿੱਚ ਜਿਹੜੀ ਰਥ ਹੈ ਉਹ ਸਭ ਤੇ ਮੂਹਰੇ ਹੈ, ਬਾਕੀ ਹਾਥੀ ਘੋੜੇ ਹੋਰ ਬਰਾਤ ਪਿੱਛੇ ਹੈ। ਇਸ ਤਰ੍ਹਾਂ ਪਿੱਛੇ ਲਾਲੂ ਧਨ ਬਰਖਾਵਤ। ਪਿੱਛੇ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ ਬਹੁਤ ਧਨ ਗਰੀਬਾਂ ਨੂੰ ਬਰਸਾ ਰਹੇ ਹਨ। ਅਸਬਿਦ ਸ਼੍ਰੀ ਬੇਦੀ ਕੁਲ ਕੇਤੂ। ਤਾਂ ਇਸ ਪ੍ਰਕਾਰ ਬੇਦੀ ਕੁਲ ਦੇ ਤਾਰਾ ਭਾਵ ਸਾਖ ਸੰਬੰਧੀ ਸਾਰੇ ਹੌਲੇ ਹੌਲੇ ਨਗਰ ਵਿੱਚ ਪ੍ਰਵੇਸ਼ ਲੱਗੇ ਕਰਨ। ਮੰਦ ਮੰਦ ਕੇ ਆਪਨ ਨਿਕੇਤੂ। ਤਾਂ ਇਸ ਪ੍ਰਕਾਰ ਦੂਜੇ ਪਾਸੇ ਮਾਈ ਲੋਕ ਸਾਰੀਆਂ ਬੇਬੇ ਨਾਨਕੀ ਜੀ ਦੇ ਕੋਲੇ ਇਕੱਠੀਆਂ ਹੋਣ ਲੱਗ ਪਈਆਂ, ਤਿਆਰੀ ਲੱਗ ਪਈਆਂ ਕਰਨ। ਇਧਰੋਂ ਬਰਾਤ ਨਗਰ ਦੇ ਵਿੱਚ ਪ੍ਰਵੇਸ਼ ਲੱਗ ਪਈ ਕਰਨ। ਨਾਰਨ ਸਹਿਤ ਨਾਨਕੀ ਤੂਰਨ। ਹੁਣ ਬੇਬੇ ਨਾਨਕੀ ਜੀ ਵੀ ਤੁਰੇ ਆਪਣੇ ਨਾਲ ਦੀਆਂ ਸਾਥਣਾਂ ਨੂੰ ਲੈ ਕੇ, ਕਿ ਮਾਤਾ ਸੁਲੱਖਣੀ ਜੀ ਨੂੰ ਰਥ ਵਿੱਚ ਉਤਾਰ ਕੇ ਲੈ ਕੇ ਆਉਣਾ ਹੈ। ਨਿਕਸ ਕਰੀ ਕੁਲ ਰੀਤ ਸੰਪੂਰਨ। ਜਿਵੇਂ ਉਸ ਵੇਲੇ ਦੀ ਰੀਤ ਸੀ ਕੁਲ ਦੀ, ਉਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਸਾਰੀਆਂ ਰਸਮਾਂ ਕੀਤੀਆਂ। ਸਾਦਰ ਲੈ ਕਰ ਨਿਜ ਪਰ ਜਾਈ। ਬੜੇ ਆਦਰ ਸਤਕਾਰ ਦੇ ਨਾਲ ਬੇਬੇ ਨਾਨਕੀ ਜੀ ਨੇ ਆਪਣੀ ਭਰਜਾਈ ਮਤਲਬ ਮਾਤਾ ਸੁਲੱਖਣੀ ਜੀ ਨੂੰ ਬੜੇ ਅਦਬ ਸਤਕਾਰ ਦੇ ਨਾਲ ਆਪਣੇ ਘਰ ਦੇ ਵਿੱਚ ਲੈ ਆਏ ਸੁੰਦਰ ਮੰਦਰ ਵਿੱਚ ਬਸਾਈ। ਔਰ ਆਪਣੇ ਸੁੰਦਰ ਘਰ ਦੇ ਵਿੱਚ ਬਿਠਾਇਆ। ਪਾਈ ਓਲ ਮੈਂ ਧਨ ਕੀ ਥਾਤੀ। ਹੁਣ ਭਾਵ ਜਿਸ ਤਰ੍ਹਾਂ ਰਸਮਾਂ ਹੁੰਦੀਆਂ, ਬਿਠਾ ਕੇ ਘਰ ਦੇ ਵਿੱਚ ਬਹੁਤ ਪੈਸੇ, ਮਿੱਠਾ ਜਾਂ ਇਸ ਤਰ੍ਹਾਂ ਜੋ ਵੀ ਉਸ ਟਾਈਮ ਰੀਤੀ ਰਿਵਾਜ ਸੀ, ਉਹ ਮਿੱਠੀ ਗੁਥਲੀ ਜਿਹਨੂੰ ਕਹਿੰਦੇ ਨੇ, ਉਹ ਸਾਰੀ ਬੇਬੇ ਮਾਤਾ ਸੁਲੱਖਣੀ ਜੀ ਦੀ ਝੋਲੀ ਦੇ ਵਿੱਚ ਪਾਈ ਗਈ। ਭਰੀ ਹਰਖ ਵੀ ਸੀਤਲ ਛਾਤੀ। ਇਸ ਪ੍ਰਕਾਰ ਮਾਤਾ ਸੁਲੱਖਣੀ ਜੀ ਨੂੰ ਦੇਖ ਦੇਖ ਕੇ ਬੇਬੇ ਨਾਨਕੀ ਜੀ ਬੜੀ ਖੁਸ਼ ਹੁੰਦੀ ਹੈ। ਬਦਨ ਬਿਲੋਕਤ ਸੰਗ ਉਮੰਗਾ। ਜਿਉਂ-ਜਿਉਂ ਮੁਖੜਾ ਦੇਖੀ ਜਾਂਦੀ ਹੈ, ਬੇਬੇ ਨਾਨਕੀ ਖੁਸ਼ ਹੋਈ ਜਾਂਦੀ ਹੈ। ਕੰਚਨ ਭੂਖਨ ਭੂਖਤ ਅੰਗਾ। ਬਹੁਤ ਸੁੰਦਰ ਗਹਿਣੇ ਇਸ ਤਰ੍ਹਾਂ ਪਾਏ ਨੇ ਸਾਰਿਆਂ ਨੇ। ਬੇਬੇ ਨਾਨਕੀ ਜੀ ਉਪਮਾ ਕਰਦੀ ਹੈ ਵੀ ਬਹੁਤ ਸੋਹਣੇ ਵਸਤਰ ਪਾਏ ਨੇ, ਗਹਿਣੇ ਪਾਏ ਨੇ, ਤੇ ਜਿਹੜੀ ਮੇਰੀ ਭਰਜਾਈ ਹੈ ਬੇਬੇ ਮਾਤਾ ਸੁਲੱਖਣੀ ਜੀ, ਇਹ ਬਹੁਤ ਸੁੰਦਰ ਲੱਗਦੀ ਹੈ। ਇਸ ਤਰ੍ਹਾਂ ਹੁੰਦਾ ਹੀ ਹੈ, ਇਸ ਤਰ੍ਹਾਂ ਨਣਦਾਂ ਨੂੰ ਚਾਅ। ਸੋ ਇਸੇ ਪ੍ਰਕਾਰ ਬੇਬੇ ਨਾਨਕੀ ਜੀ ਵੀ ਬੜੇ ਚਾਅ ਕਰ ਰਹੇ ਹਨ। ਹੇਰ ਹੇਰ ਉਰ ਹਰਖੈ ਨਾਰੀ। ਹੋਰ ਵੀ ਬੇਬੇ ਨਾਨਕੀ ਜੀ ਦੇ ਨਾਲ ਦੀਆਂ ਵਾਰੀ ਵਾਰੀ ਆਉਂਦੀਆਂ ਨੇ। ਜਿਵੇਂ ਆਪਾਂ ਕਹਿ ਦਿੰਦੇ ਵੀ ਪੂੜੀ ਪਾਉਂਦੇ ਨੇ, ਨਾਲੇ ਉਹ ਸਿਰ ਪਲੋਸਦੇ ਨੇ, ਆਸ਼ੀਰਵਾਦ ਦਿੰਦੇ ਨੇ। ਇਸ ਤਰ੍ਹਾਂ ਸਾਰੀਆਂ ਮਾਈਆਂ ਆਉਂਦੀਆਂ ਨੇ, ਬਾਰ-ਬਾਰ ਮਾਤਾ ਸੁਲੱਖਣੀ ਜੀ ਨੂੰ ਦੇਖਦੀਆਂ ਨੇ, ਆਸ਼ੀਰਵਾਦ ਦਿੰਦੀਆਂ ਹਨ। ਦੇਤ ਆਸ਼ਿਖਾ ਸੁਖ ਦਇਉਚਾਰੀ। ਇਸ ਪ੍ਰਕਾਰ ਸੀਸਾਂ ਦਿੰਦੀਆਂ ਨੇ, ਸੁਖੀ ਬਸੋ, ਮੁੱਢ ਸੁਹਾਗਣ ਹੋ, ਵਧੋ ਫੁੱਲੋ। ਇਸ ਤਰ੍ਹਾਂ ਦੇ ਬਜ਼ੁਰਗ ਪਹਿਲਾਂ ਸੀਸਾਂ ਦਿੰਦੇ, ਇਸ ਤਰ੍ਹਾਂ ਦੀਆਂ ਸੀਸਾਂ ਦੇ ਰਹੀਆਂ ਹਨ। ਬਹਰ ਬਰਾਤ ਹੈ ਕੀਨ ਨਿਵੇਸ਼ਾ। ਬਾਕੀ ਜਿਹੜੀ ਪਿੱਛੇ ਸਾਕ ਸੰਬੰਧੀਆਂ ਦੀ ਬਰਾਤ ਆਉਂਦੇ ਸੀ, ਉਹ ਸਾਰੇ ਨਗਰ ਵਿੱਚ ਪ੍ਰਵੇਸ਼ ਕਰ ਗਏ। ਪਰਮਾਨੰਦ ਕੀ ਪਾਏ ਨਿਦੇਸ਼ਾ। ਹਾਂ, ਭਾਵ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਦੇ ਘਰ ਵਿੱਚ ਉਸ ਦਿਨ ਸਾਰੀ ਬਰਾਤ ਨੇ ਉਤਾਰਾ ਕੀਤਾ। ਸੇਵਾ ਜਥਾ ਜੋਗ ਸਭ ਹੀ ਕੀ। ਹੁਣ ਜੈ ਰਾਮ ਜੀ ਦੇ ਘਰੇ ਤਿਆਰੀ ਪਹਿਲਾਂ ਹੀ ਕੀਤੀ ਸੀ ਸਾਰੀ। ਹੁਣ ਜਲ ਪਾਣੀ ਛਕਾਉਣ ਦੀ ਸਾਰੀ, ਲੰਗਰ ਪ੍ਰਸ਼ਾਦਾ, ਰਹਿਸੀ
ਸਾਰਾ ਪ੍ਰਬੰਧ ਜੈ ਰਾਮ ਜੀ ਨੇ ਕੀਤਾ ਹੀ ਹੋਇਆ ਸੀ। ਤਬ ਰਾਮ ਕੇ ਨੀ ਬਿਦਨੀ ਕੀ। ਜੈ ਰਾਮ ਜੀ ਨੇ ਬਿਨਾਂ ਦੇਰੀ ਤੋਂ ਜਿਸ ਕਿਸੇ ਨੂੰ ਵੀ ਜਿਸ ਚੀਜ਼ ਦੀ ਜ਼ਰੂਰਤ ਸੀ ਸਾਰੇ ਰਿਸ਼ਤੇਦਾਰ ਸਾਗ ਸੰਬੰਧੀਆਂ ਨੂੰ ਫਿਰ ਲੰਗਰ ਪ੍ਰਸ਼ਾਦਾ ਛਕਾਇਆ ਗਿਆ ਔਰ ਨਗਰ ਦੇ ਗਰੀਬਾਂ ਨੂੰ ਵੀ ਸਾਰਿਆਂ ਨੂੰ ਇੱਕ ਪੰਕਤ ਦੇ ਵਿੱਚ ਲਾ ਕੇ ਸਾਰਿਆਂ ਨੂੰ ਫਿਰ ਪ੍ਰਸ਼ਾਦ ਪਾਣੀ ਛਕਾਇਆ ਗਿਆ। ਅਸ ਪ੍ਰਕਾਰ ਦੁਇ ਨਿਸਾਬਤੀ ਤੀ। ਇਸ ਪ੍ਰਕਾਰ 2 ਦਿਨ ਇਸੇ ਪ੍ਰਕਾਰ ਜਿਹੜੀ ਬਰਾਤ ਉੱਥੋਂ ਆਈ ਹੈ ਰਿਸ਼ਤੇਦਾਰ ਸਾਕ ਸੰਬੰਧੀ ਸੁਲਤਾਨਪੁਰ ਲੋਧੀ ਦੇ ਵਿੱਚ ਰੁਕੇ। ਪੁਨ ਕਾਲੂ ਬੋਲਿਓ ਸ਼ੁਭ ਰੀਤੀ। ਹੁਣ ਮਹਿਤਾ ਕਾਲੂ ਜੀ ਕਹਿਣ ਲੱਗੇ ਜੈ ਰਾਮ ਜੀ ਨੂੰ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੈਠੇ ਨੇ, ਉੱਥੇ ਹੀ ਪਰਮਾਨੰਦ ਜੀ ਜੈ ਰਾਮ ਜੀ ਦੇ ਪਿਤਾ ਜੀ ਬੈਠੇ ਨੇ ਵਿਹੜੇ ਦੇ ਵਿੱਚ। ਭਾਈ ਬਾਲਾ ਜੀ ਕਹਿਣ ਲੱਗਿਆ ਮੈਂ ਤਾਂ ਕਹਿੰਦੇ ਮੋਦੀ ਖਾਨੇ ਤੇ ਸੀ ਉਸ ਵੇਲੇ। ਤਾਂ ਫਿਰ ਕਹਿਣ ਲੱਗੇ ਪਰਿਵਾਰ ਦੇ ਵਿੱਚ ਇਹ ਗੱਲ ਚੱਲੀ ਕਿਉਂਕਿ ਮਾਤਾ ਤ੍ਰਿਪਤਾ ਜੀ ਜਿਵੇਂ ਆਮ ਹੀ ਹੁੰਦਾ ਕਿ ਹੁਣ ਵਿਆਹ ਹੁੰਦੇ ਨੇ, ਵਿਆਹ ਦੇ ਵਿੱਚ ਵੀ ਲੜਕੀ ਨੂੰ ਘਰੇ ਤਾਰਨਾ ਹੈ, ਸਾਰੀ ਤਿਆਰੀ ਕਰਨੀ ਹੈ। ਹੁਣ ਮਾਤਾ ਤ੍ਰਿਪਤਾ ਜੀ ਨੇ ਪਹਿਲਾਂ ਹੀ ਆਪਣੇ ਮਨ ਵਿੱਚ ਇਹ ਗੱਲ ਬਿਠਾ ਲਈ ਸੀ ਮਹਿਤਾ ਕਾਲੂ ਜੀ ਦੇ ਨਾਲ ਸਲਾਹ ਕਰਕੇ ਵੀ ਆਪਾਂ ਲੜਕੀ ਦਾ ਡੋਲਾ ਆਪਣੇ ਘਰ ਉਤਾਰਾਂਗੇ। ਸੋ ਇਸ ਕਰਕੇ ਸੁਲਤਾਨਪੁਰ ਲੋਧੀ ਤੋਂ ਮਾਤਾ ਤ੍ਰਿਪਤਾ ਜੀ ਪਹਿਲਾਂ ਹੀ ਇੱਕ ਬੈਲ ਗੱਡੀ ਤੇ ਸਵਾਰ ਹੋ ਕੇ ਸੇਵਾਦਾਰਾਂ ਨੂੰ ਨਾਲ ਲੈ ਕੇ ਰਾਏ ਭੋਏ ਦੀ ਤਲਵੰਡੀ ਪਹੁੰਚ ਗਏ ਸਨ ਤਾਂ ਜੋ ਸਾਰੀ ਤਿਆਰੀ ਕੀਤੀ ਜਾ ਸਕੇ ਉੱਥੇ ਜਾ ਕੇ ਪਹਿਲਾਂ। ਹੁਣ ਇੱਥੇ ਜਿਸ ਦਿਨ ਬਰਾਤ ਵਾਪਸ ਆਈ ਹੈ ਮਾਤਾ ਤ੍ਰਿਪਤਾ ਜੀ ਨਹੀਂ ਹਨ ਇੱਥੇ, ਭਾਵ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਾਤਾ ਜੀ ਨਹੀਂ ਹਨ। ਹੁਣ ਮਹਿਤਾ ਕਾਲੂ ਜੀ ਨੇ ਇਸ ਤਰ੍ਹਾਂ ਗੱਲ ਚਲਾਈ ਜਦੋਂ 2 ਦਿਨ ਇਸ ਤਰ੍ਹਾਂ ਰਹਿੰਦਿਆਂ ਨੂੰ ਹੋ ਗਏ। ਨਾਨਕ ਜਨਨੀ ਮਨ ਅਨੁਰਾਗੀ। ਕਿ ਭਾਈ ਨਾਨਕ ਜੀ ਦੀ ਮਾਤਾ ਵੀ ਮਹਿਤਾ ਕਾਲੂ ਜੀ ਲੱਗੇ ਕਹਿਣ, ਉਹ ਵੀ ਮਨ ਵਿੱਚ ਸੋਚਦੀ ਹੋਣੀ ਹੈ ਵੀ ਕਦੋਂ ਬਹੂ ਘਰੇ ਆਊਗੀ, ਕਦੋਂ ਲੜਕਾ ਘਰੇ ਆਵੇਗਾ ਤੇ ਅਸੀਂ ਜਿਹੜਾ ਇਹ ਡੋਲਾ ਆਪਣੇ ਘਰੇ ਲੈ ਕੇ ਜਾਵਾਂਗੇ। ਤੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਵੀ ਸਾਕ ਸੰਬੰਧੀ ਸਾਰੇ ਉਡੀਕਦੇ ਹੋਣਗੇ। ਇਸ ਕਰਕੇ ਹੁਣ ਨਾਨਕ ਜੀ ਨੂੰ ਔਰ ਜੋ ਬਹੂ ਜੀ ਹਨ ਉਹਨਾਂ ਨੇ ਇਸ ਤਰ੍ਹਾਂ ਕਿਹਾ ਇਹਨਾਂ ਨੂੰ ਹੁਣ ਰਾਏ ਭੋਏ ਦੀ ਤਲਵੰਡੀ ਨੂੰ ਸਾਰੀ ਬਰਾਤ ਸਮੇਤ ਜਾਣਾ ਚਾਹੀਦਾ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਗੱਲ ਚਲਾਈ ਪਰਿਵਾਰ ਦੇ ਵਿੱਚ। ਦੇਖਨ ਹੇਤ ਦ੍ਰਿਸ਼ਟ ਹਿਤ ਲਾਗੀ। ਉਹਨਾਂ ਦੇ ਮਨ ਦੇ ਵਿੱਚ ਵੀ ਆਪਣੇ ਪੁੱਤਰ ਨੂੰ ਬਹੂ ਨੂੰ ਦੇਖਣ ਦੀ ਬੜੀ ਲਾਲਸਾ ਹੈ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਗੱਲ ਚਲਾਈ ਤੇ ਕੋ ਕਰਨ ਮਨੋਰਥ ਪੂਰਨ। ਕਿ ਉਹਨਾਂ ਦੇ ਮਨ ਦੇ ਵੀ ਚੌ ਲਾਡ ਪੂਰੇ ਹੋ ਜਾਣਗੇ। ਸਭ ਬਰਾਤ ਕਮਨੇ ਅਬ ਤੂਰਨ। ਹੁਣ ਸਾਰੀ ਬਰਾਤ ਨੂੰ ਵਾਪਸ ਰਾਏ ਭੋਏ ਦੀ ਤਲਵੰਡੀ ਜਾਣ ਦੀ ਆਗਿਆ ਦਊ। ਇਸ ਤਰ੍ਹਾਂ ਜੈ ਰਾਮ ਜੀ ਔਰ ਪਰਮਾਨੰਦ ਜੀ ਦੇ ਮੂਹਰੇ ਗੱਲ ਚਲਾਈ ਮਹਿਤਾ ਕਾਲੂ ਜੀ ਨੇ। ਬਧੂ ਸੰਗ ਲੈ ਨਾਨਕ ਗਮਨੈ। ਕਿ ਹੁਣ ਨਾਨਕ ਜੀ ਤੇ ਬਧੂ ਭਾਵ ਮਾਤਾ ਸੁਲੱਖਣੀ ਜੀ ਦੋਨੇ ਵਾਪਸ ਰਾਏ ਭੋਏ ਦੀ ਤਲਵੰਡੀ ਜਾਣ। ਮਿਲੇ ਮਾਤ ਕੋ ਆਪਣੇ ਭਵਨੈ। ਔਰ ਆਪਣੀ ਮਾਤਾ ਤ੍ਰਿਪਤਾ ਜੀ ਦਾ ਆਸ਼ੀਰਵਾਦ ਲੈਣ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਕਿਹਾ। ਬਹਰ ਬੁਲਾਰ ਦਰਸ ਕੀ ਪਿਆਸਾ। ਕਿ ਰਾਏ ਬੁਲਾਰ ਵੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਲੋਚਦਾ ਸੀ। ਇਸ ਤਰ੍ਹਾਂ ਮਹਿਤਾ ਕਾਲੂ ਜੀ ਕਹਿੰਦੇ ਹਨ। ਹਾਂਜੀ ਚਲ ਤਲਵੰਡੀ ਪੂਰ ਹੈ ਆਸਾ। ਕਿ ਨਾਲੇ ਤਾਂ ਰਾਏ ਬੁਲਾਰ ਜੀ ਨੂੰ ਮਿਲੇ ਆਉਣਗੇ, ਉਹਨੂੰ ਦਰਸ਼ਨ ਦੇ ਆਉਣਗੇ, ਨਾਲੇ ਉਹਨਾਂ ਦੇ ਮਨ ਦੀ ਵੀ ਆਸ ਪੂਰੀ ਹੋ ਜਾਵੇਗੀ। ਚਲ ਤਿਉ ਤਿਨ ਗਿਰਾ ਉਚਾਰੀ। ਤਾਂ ਇਸ ਪ੍ਰਕਾਰ ਕਿ ਜਦੋਂ ਮਹਿਤਾ ਕਾਲੂ ਜੀ ਲੱਗੇ ਕਹਿਣ ਕਿ ਜਦੋਂ ਮੈਂ ਰਾਏ ਭੋਏ ਦੀ ਤਲਵੰਡੀ ਤੋਂ ਰਾਏ ਬੁਲਾਰ ਜੀ ਤੋਂ ਆਗਿਆ ਲੈ ਕੇ ਵਿਆਹ ਵਾਸਤੇ ਇੱਧਰ ਨੂੰ ਆ ਰਿਹਾ ਸੀ ਨਾ, ਉਸ ਵੇਲੇ ਰਾਏ ਬੁਲਾਰ ਜੀ ਨੇ ਮੈਨੂੰ ਕਿਹਾ ਸੀ ਕਿ ਮੇਰਾ ਨਾਨਕ ਜੀ ਨੂੰ ਸੁਨੇਹਾ ਲਾਉਣਾ ਕਿ ਰਾਏ ਬੁਲਾਰ ਜੀ ਉਹਨਾਂ ਨੂੰ ਉਡੀਕਦੇ ਨੇ, ਰਾਏ ਬੁਲਾਰ ਜੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਕਿਹਾ ਸੀ। ਕਹਿੰਦੇ ਭਾਈ ਜਦੋਂ ਮੈਂ ਆਇਆ ਸੀ ਉਦੋਂ ਮੈਨੂੰ ਸੁਨੇਹਾ ਲਾਇਆ ਸੀ, ਨਾਲੇ ਤਾਂ ਹੁਣ ਇਹ ਆਪਣੀ ਮਾਤਾ ਨੂੰ ਮਿਲ ਲੈਣਗੇ ਤੇ ਨਾਲੇ ਰਾਏ ਬੁਲਾਰ ਵੀ ਦਰਸ਼ਨ ਕਰ ਲੂਗਾ। ਇਸ ਕਰਕੇ ਹੁਣ ਇਹਨਾਂ ਨੂੰ ਰਾਏ ਭੋਏ ਦੀ ਤਲਵੰਡੀ ਜਾਣਾ ਚਾਹੀਦਾ ਹੈ। ਪੂਰੇ ਆਪਣੇ ਆਨੋ ਇੱਕ ਵਾਰੀ ਇਹ ਆਪਣੇ ਘਰ ਜਾਣ। ਲੜਕੇ ਔਰ ਲੜਕੀ ਦਾ ਡੋਲਾ ਅਸੀਂ ਆਪਣੇ ਘਰ ਲੈ ਜਾਈਏ। ਕੇਤਿਕ ਦਿਨ ਰਹਿ ਆਏ ਬਹੋਰੀ। ਕੁਝ ਦਿਨ ਰਹਿ ਜਾਣਗੇ ਫਿਰ ਭਾਵੇਂ ਵਾਪਸ ਇੱਥੇ ਹੀ ਆ ਜਾਣ ਸੁਲਤਾਨਪੁਰ ਲੋਧੀ। ਇਸ ਤਰ੍ਹਾਂ ਜਦੋਂ ਮਹਿਤਾ ਕਾਲੂ ਜੀ ਨੇ ਕਿਹਾ ਕਰ ਹੈ ਕਾਰ ਇਉ ਮਸਲਤ ਮੋਰੀ। ਇਹ ਮੇਰੀ ਇੱਛਾ ਹੈ
ਮੈਂ ਆਪ ਜੀ ਨਾਲ ਜ਼ਾਹਰ ਕੀਤੀ ਹੈ, ਸਾਰੀ ਗੱਲ ਆਪ ਨੂੰ ਦੱਸ ਦਿੱਤੀ ਹੈ। ਸ੍ਰੀ ਨਾਨਕ ਕੋ ਰੁਖ ਲਖਿ ਆਸੂ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਉੱਥੇ ਬੈਠੇ ਸੀ। ਮਹਾਰਾਜ ਜੀ ਤਾਂ ਚੁੱਪ ਰਹੇ, ਮਹਾਰਾਜ ਨੇ ਨਹੀਂ ਕੁਛ ਕਿਹਾ। ਖੈਰ ਜੈ ਰਾਮ ਜੀ ਬੋਲ ਪਿਆ। ਹਾਂਜੀ, ਬੋਲਿਓ ਤਬ ਜਰਾਮ ਤਹਿ ਪਾਸੂ। ਜੈ ਰਾਮ ਜੀ ਇਸ ਤਰ੍ਹਾਂ ਕਹਿਣ ਲੱਗਿਆ ਮਹਿਤਾ ਕਾਲੂ ਜੀ ਨੂੰ। ਜਬ ਤੁਮ ਲੈ ਜਾਵੋਗੇ ਤਹਿਵਾਨ। ਕਹਿਣ ਲੱਗੇ ਮੇਰੀ ਗੱਲ ਸੁਣੋ ਪਿਤਾ ਜੀ, ਇਹ ਮਹਿਤਾ ਕਾਲੂ ਜੀ, ਜੇਕਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਮਾਤਾ ਸੁਲੱਖਣੀ ਜੀ ਨੂੰ ਰਾਏ ਭੋਏ ਦੀ ਤਲਵੰਡੀ ਲੈ ਜਾਓਗੇ। ਮੋਦੀ ਕਾਰਨ ਹੈ ਨਿਰਵੇਹਾ। ਹੁਣ ਜਿਹੜਾ ਮੋਦੀ ਖਾਨੇ ਦੀ ਕਾਰ ਲਿੱਤੀ ਹੋਈ ਹੈ, ਪਹਿਲੇ 5 ਦਿਨ ਹੋ ਗਏ ਬੰਦ ਮੋਦੀ ਖਾਨੇ ਨੂੰ। ਮੋਦੀ ਖਾਨੇ ਦੀ ਐਡਾ ਖਰਚ ਲਿੱਤਾ ਹੋਇਆ, ਐਡਾ ਸਮਾਨ ਪਾਇਆ ਹੋਇਆ, ਹੁਣ ਮੋਦੀ ਖਾਨੇ ਨੂੰ ਕੌਣ ਚਲਾਊਗਾ? ਫਿਰ ਮੋਦੀ ਖਾਨੇ ਦੀ ਕਾਰ ਕੌਣ ਚਲਾਊਗਾ? ਇੰਨੇ ਗਰੀਬ ਲੋਕ ਬਹੁਤ ਮੁੜਨਗੇ ਵਾਪਸ। ਇਸ ਤਰ੍ਹਾਂ ਜਦੋਂ ਜੈ ਰਾਮ ਜੀ ਨੇ ਕਿਹਾ, ਲੈਣਾ ਦੇਣਾ ਕਾਰਜ ਭਾਰੀ। ਔਰ ਇੱਥੇ ਮੋਦੀ ਖਾਨੇ ਦਾ ਰੋਜ਼ ਦਾ ਲੈਣਾ ਔਰ ਦੇਣ ਦਾ ਵੱਡਾ ਹਿਸਾਬ ਹੈ, ਵੱਡਾ ਹਿਸਾਬ ਹੈ। ਰੋਜ਼ ਦਾ ਲੈਣਾ ਔਰ ਦੇਣਾ ਵੱਡਾ ਭਾਰੀ ਹੈ। ਹਾਂਜੀ, ਬਿਨ ਇਨ ਤੇ ਨਹਿ ਜਾਤ ਸੰਭਾਰੀ। ਕੌਣ ਸੰਭਾਲੇਗਾ ਏਡਾ ਕੰਮ ਕਾਜ? ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਿਨਾਂ ਨਹੀਂ ਕੰਮ ਸਿਰੇ ਲੱਗਣਾ, ਇਹਨਾਂ ਤੋਂ ਬਿਨਾਂ ਨਹੀਂ ਕੋਈ ਸਾਂਭ ਸਕਦਾ। ਇੰਨੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਨੇ। ਹਾਂਜੀ, ਸੌਦਾ ਆਪਨ ਵਿਖੇ ਵਿਸ਼ੇਖਾ। ਹਾਂ, ਮੋਦੀ ਖਾਨੇ ਦੇ ਵਿੱਚ ਬਹੁਤ ਸੌਦਾ ਪਿਆ ਹੈ। ਕਰ ਹੈ ਨਵਾਬ ਸੰਗ ਕੋ ਲੇਖਾ। ਹੁਣ ਦੌਲਤ ਖਾਨ ਨਵਾਬ ਵੀ ਹਿਸਾਬ ਕਿਤਾਬ ਮੰਗਦਾ ਹੈ। ਹੁਣ ਨਵਾਬ ਦੌਲਤ ਖਾਨ ਦੇ ਨਾਲ ਕੌਣ ਹਿਸਾਬ ਕਰੇਗਾ? ਫਿਰ ਜੇ ਇਹ ਰਾਏ ਭੋਏ ਦੀ ਤਲਵੰਡੀ ਚਲੇ ਜਾਣਗੇ। ਕਮਲ ਨੈਣ ਕੋ ਰੁਖ ਪੁਨ ਨਾਹੀ। ਹਾਂ, ਕਹਿਣ ਲੱਗੇ ਹੁਣ ਮੈਨੂੰ ਨਹੀਂ ਲੱਗਦਾ। ਜੈ ਰਾਮ ਜੀ ਕਹਿੰਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਛਾ ਹੈ ਦੁਆਰੇ ਵਾਪਸ ਰਾਏ ਭੋਏ ਤਲਵੰਡੀ ਜਾਣ ਦੀ। ਥੋੜਾ ਜਿਹਾ ਤਲਕੀ ਦੇ ਵਿੱਚ ਜੈ ਰਾਮ ਜੀ ਨੇ ਇਸ ਤਰ੍ਹਾਂ ਬਚਨ ਕੀਤੇ। ਗਵਨ ਬਨੇ ਕਿਉ ਤਵ ਕਰ ਮਾਹੀ। ਹੁਣ ਕਹਿੰਦੇ ਮੈਨੂੰ ਨਹੀਂ ਲੱਗਦਾ ਇਹਨਾਂ ਦਾ ਘਰ ਜਾਣਾ ਚੰਗਾ ਹੈ, ਇੱਥੇ ਰਹਿਣ, ਹੁਣ ਆਪਣਾ ਘਰ ਬਣਾਉਣ ਇੱਥੇ। ਜਦੋਂ ਮੋਦੀ ਖਾਨੇ ਦੀ ਇਹਨਾਂ ਦੀ ਨੌਕਰੀ ਹੈ, ਸਾਰਾ ਕੰਮਕਾਜ ਇੱਥੇ ਹੀ ਠੀਕ ਹੈ ਇਹਨਾਂ ਦਾ। ਹੁਣ ਨਾਨਕ ਜੀ ਤੇ ਨਾਲ ਮਾਤਾ ਸੁਲੱਖਣੀ ਜੀ ਇੱਥੇ ਹੀ ਰਹਿਣ, ਆਪਣਾ ਘਰ-ਬਾਰ ਸਾਰਾ ਬਣਾ ਲੈਣਗੇ। ਨਹੀਂ ਤਾਂ ਸਾਰਾ ਘਰ-ਬਾਰ ਮੇਰਾ ਪਿਆ ਵਿਹਲਾ, ਜਿੰਨੀ ਥਾਂ ਝਾਣ ਵਰਤ ਲੈਣ। ਜੈ ਰਾਮ ਜੀ ਕਹਿੰਦੇ ਮੇਰੇ ਹਿਸਾਬ ਨਾਲ ਤਾਂ ਜਾਣਾ ਨਹੀਂ ਬਣਦਾ। ਇਸ ਤਰ੍ਹਾਂ ਜੈ ਰਾਮ ਜੀ ਨੇ ਕਿਹਾ। ਸੁਨ ਜੈ ਰਾਮ ਕੀ ਗਿਰਾ ਇਹ ਤੂੰ। ਇਸ ਪ੍ਰਕਾਰ ਜਦੋਂ ਜੈ ਰਾਮ ਜੀ ਦੇ ਥੋੜਾ ਜਿਹੇ ਰੁੱਖੇ ਬਚਨਾਂ ਨੂੰ ਮਹਿਤਾ ਕਾਲੂ ਜੀ ਨੇ ਸੁਣਿਆ, ਪੁਨ ਕਾਲੂ ਬੋਲਿਓ ਕੁਲ ਕੇ ਤੂੰ। ਮਹਿਤਾ ਕਾਲੂ ਜੀ ਬੜੇ ਪ੍ਰੇਮ ਦੇ ਨਾਲ ਬੋਲੇ। ਆਪਣੇ ਜਮਾਈ ਨੂੰ, ਜੈ ਰਾਮ ਜੀ ਨੂੰ ਬੜੇ ਪ੍ਰੇਮ ਦੇ ਨਾਲ ਬੋਲੇ। ਕਹਿਣ ਲੱਗੇ, ਹੇ ਜੈ ਰਾਮ ਪੁੱਤਰ, ਤੂੰ ਮੇਰੀ ਗੱਲ ਧਿਆਨ ਦੇ ਕੇ ਸੁਣ। ਸੁਨਹੁ ਆਤਮਜ ਮਾਤ ਤੁਮਾਰੀ। ਜੋ ਮਾਤਾ ਹੁੰਦੀ ਹੈ ਨਾ, ਮਾਤਾ ਦੇ ਮਨ ਵਿੱਚ 100 ਚਾਅ ਲਾਡ ਹੁੰਦਾ ਹੈ। ਉਹ ਆਪਣੇ ਪੁੱਤਰ ਦੇ ਵਿਆਹ ਦੇ 100 ਚਾਅ ਲਾਡ ਕਰਨਾ ਚਾਹੁੰਦੀ ਹੈ, ਆਪਣੀ ਨੂੰਹ ਦੇ 100 ਸ਼ਗਨ ਕਰਨੇ ਹੁੰਦੇ ਨੇ। ਇਸ ਕਰਕੇ ਉਹਨਾਂ ਦੇ ਮਨ ਵਿੱਚ ਤਿੱਬਰ ਇੱਛਾ ਹੈ ਕਿ ਲੜਕੀ ਇੱਕ ਵਾਰ ਜ਼ਰੂਰ ਆਪਣੇ ਘਰ ਆਵੇ। ਇਸ ਕਰਕੇ ਹੋਏ ਹਰਖ ਸਹਿ ਬਦੂ ਨਿਹਾਰੀ। ਕਿ ਮਾਤਾ ਤ੍ਰਿਪਤਾ ਜੀ ਬਹੁਤ ਖੁਸ਼ ਹੋਣਗੇ। ਭਾਵ ਕਹਿਣ ਲੱਗੇ ਕਿ ਨਾਨਕ ਜੀ ਦੀ ਜੋ ਮਾਤਾ ਹੈ ਨਾ, ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਜਦੋਂ ਆਪਣੇ ਪੁੱਤਰ ਔਰ ਆਪਣੀ ਨੂੰਹ ਨੂੰ ਦੇਖੇਗੀ ਘਰ ਵਿੱਚ ਆਉਂਦੇ ਹੋਏ, ਬੜੀ ਖੁਸ਼ ਹੋਵੇਗੀ। ਅਸੀਂ ਉਹਨਾਂ ਦੀ ਖੁਸ਼ੀ ਵਾਸਤੇ ਕਹਿੰਦੇ ਹਾਂ। ਇਸ ਤਰ੍ਹਾਂ ਜੈ ਰਾਮ ਜੀ ਨੂੰ ਲੱਗੇ ਕਹਿਣ, ਤਲਵੰਡੀ ਚਲੀਏ ਇੱਕ ਬੇਰਾ। ਮੇਰੇ ਕਹਿਣ ਤੇ ਇੱਕ ਵਾਰ ਇਹਨਾਂ ਨੂੰ ਤਲਵੰਡੀ ਦੇ ਵਿੱਚ ਤਲਵੰਡੀ ਰਾਏ ਭੋਏ ਦੀ ਤਲਵੰਡੀ ਜਾਣ ਦਿਓ। ਪੁਨ ਮਨ ਮੈਂ ਤਹ ਕਰੋ ਬਸੇਰਾ। ਬੇਸ਼ੱਕ ਵਾਪਸ ਤੁਹਾਡੇ ਕੋਲੇ ਫਿਰ ਆ ਜਾਣਗੇ, ਕੁਛ ਸਮਾਂ ਉੱਥੇ ਲਾ ਕੇ। ਪ੍ਰੇਮੀ ਪਰਮ ਬੁਲਾਰ ਬਹਾਰੀ। ਰਾਏ ਬੁਲਾਰ ਦਾ ਬਹੁਤ ਪ੍ਰੇਮ ਹੈ, ਉਹਦੇ ਮਨ ਵਿੱਚ ਬੜੀ ਤਿੱਬਰ ਇੱਛਾ ਹੈ ਦਰਸ਼ਨ ਕਰਨ ਦੀ। ਇਸ ਤਰ੍ਹਾਂ ਬਾਰ-ਬਾਰ ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਦਾ
ਔਰ ਮਾਤਾ ਤ੍ਰਿਪਤਾ ਜੀ ਦਾ ਕਹਿ ਰਹੇ ਨੇ ਕਿ ਉਹ ਦਰਸ਼ਨਾਂ ਨੂੰ ਲੋਚਦੇ ਹਨ, ਇਸ ਕਰਕੇ ਇਹਨਾਂ ਦਾ ਇੱਕ ਵਾਰੀ ਜਾਣਾ ਜ਼ਰੂਰੀ ਹੈ। ਹਾਂਜੀ, ਕਰੀ ਬੰਦਗੀ ਦੁਐ ਕਰ ਜੋਰੀ। ਹਾਂ, ਬੜਾ ਉਹਨੇ ਹੱਥ ਜੋੜ ਜੋੜ ਕੇ ਬੇਨਤੀਆਂ ਕੀਤੀਆਂ ਨੇ ਰਾਏ ਬੁਲਾਰ ਨੇ। ਮਮ ਸਨਹਿ ਜੇ ਗਮਨ ਹੋਣਾ ਉਰ ਮੈਂ। ਹਾਂ, ਕਹਿਣ ਲੱਗੇ ਕਿ ਜੇਕਰ ਹੈ ਮੇਰੇ ਪਿਆਰੇ, ਜੇ ਤੁਹਾਡੇ ਮਨ ਵਿੱਚ, ਹਾਂ ਦੁਆਰੇ ਪੜਿਓ, ਮਮ ਸਨਹਿ ਜੇ ਗਮਨ ਹੋਣਾ ਉਰ ਮੈਂ। ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਲੱਗੇ ਕਹਿਣ, ਉਹ ਆਪਣਾ ਮਹਿਤਾ ਕਾਲੂ ਜੀ। ਹੁਣ ਜੈ ਰਾਮ ਜੀ ਨੇ ਵੀ ਜਵਾਬ ਦੇਤਾ ਤੋੜ ਕੇ, ਕਹਿਣ ਲੱਗੇ ਮਹਿਤਾ ਕਾਲੂ ਜੀ, ਹੈ ਮੇਰੇ ਪਿਆਰੇ ਪੁੱਤਰ, ਜੇ ਤੁਹਾਨੂੰ ਸਾਡੇ ਨਾਲ ਮੋਹ ਮਮਤਾ ਨਹੀਂ, ਆਪਣੀ ਮਾਤਾ ਨਾਲ ਮੋਹ ਮਮਤਾ ਨਹੀਂ, ਮੇਰੇ ਨਾਲ ਮੋਹ ਮਮਤਾ ਨਹੀਂ, ਘਰ-ਬਾਰ ਨਾਲ ਮੋਹ ਮਮਤਾ ਨਹੀਂ, ਸਾਕ ਸੰਬੰਧੀਆਂ ਨਾਲ ਮੋਹ ਮਮਤਾ ਨਹੀਂ, ਪਰ ਰਾਏ ਬੁਲਾਰ ਤਾਂ ਤੁਹਾਡੇ ਨਾਲ ਬੜਾ ਪ੍ਰੇਮ ਰੱਖਦਾ ਹੈ। ਤੁਸੀਂ ਰਾਏ ਬੁਲਾਰ ਦੀ ਇਹ ਬੇਨਤੀ ਮੰਨ ਕੇ ਇੱਕ ਵਾਰ ਨਗਰ ਚੱਲੋ। ਤੁਸੀਂ ਰਾਏ ਬੁਲਾਰ ਦੀ ਇਹ ਬੇਨਤੀ ਮੰਨ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੱਗੇ ਕਹਿਣ ਮਹਿਤਾ ਕਾਲੂ ਜੀ ਕਿ ਰਾਏ ਬੁਲਾਰ ਦੀ ਬੇਨਤੀ ਮੰਨ ਕੇ ਇੱਕ ਵਾਰ ਤੁਸੀਂ ਰਾਏ ਭੋਏ ਦੀ ਤਲਵੰਡੀ ਚੱਲੋ। ਹਾਂਜੀ, ਤਹਿ ਦਿਸ਼ ਦੇਖ ਚਲੋ ਨਿਜਪੁਰ ਮੈਂ। ਆਪਣੇ ਭਗਤ ਵੱਲ ਦੇਖੋ, ਆਪਣੇ ਪ੍ਰੇਮੀ ਵੱਲ ਦੇਖੋ, ਰਾਏ ਬੁਲਾਰ ਵੱਲ ਦੇਖੋ। ਉਹਦੀ ਵੱਡੀ ਲਾਲਸਾ ਹੈ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ, ਇਸ ਕਰਕੇ ਅਸਬਿਦ ਝਗਰਤ ਆਪ ਸਮਾਹੀ। ਹੁਣ ਆਪ ਦੇ ਵਿੱਚ ਜੈ ਰਾਮ ਜੀ ਤੇ ਮਹਿਤਾ ਕਾਲੂ ਜੀ ਦੀ ਵਾਰਤਾਲਾਪ ਹੋ ਰਹੀ ਹੈ। ਇਸ ਗੱਲ ਨੂੰ ਲੈ ਕੇ ਮਹਾਰਾਜ ਜੀ ਨਹੀਂ ਕੁਝ ਬੋਲ ਰਹੇ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਜੈ ਰਾਮ ਜੀ ਤੇ ਮਹਿਤਾ ਕਾਲੂ ਜੀ ਆਪ ਦੇ ਵਿੱਚ ਇਸ ਗੱਲ ਦੀ ਬਹਿਸ ਹੋ ਰਹੀ ਹੈ। ਜੈ ਰਾਮ ਜੀ ਕਹਿੰਦੇ ਨੇ ਵੀ ਇੱਥੇ ਹੀ ਠੀਕ ਹੈ, ਮਹਿਤਾ ਕਾਲੂ ਜੀ ਬਾਰ-ਬਾਰ ਕਹੀ ਨੇ ਇੱਕ ਵਾਰ ਇਹਨਾਂ ਨੂੰ ਰਾਏ ਭੋਏ ਦੀ ਤਲਵੰਡੀ ਜਾਣ ਦਿਓ। ਜਦੋਂ ਆਪਸ ਦੇ ਵਿੱਚ ਇਸ ਤਰ੍ਹਾਂ ਬਹਿਸ ਕਰਦਿਆਂ ਨੂੰ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ ਨੇ ਦੇਖਿਆ, ਚਲ ਕਰ ਆਵਾ ਮੁੱਲਾ ਤਾਹੀ। ਤਾਂ ਇਸ ਪ੍ਰਕਾਰ ਅਜੇ ਬਹਿਸ ਹੋਏ ਰਹੀ ਸੀ। ਇੰਨੇ ਦੇ ਵਿੱਚ ਕੀ ਹੁੰਦਾ, ਮੂਲ ਚੰਦ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਹੁਰਾ ਜੀ ਪੱਖੋ ਕੇ ਰੰਧਾਵੇ ਤੋਂ ਤੀਸਰੇ ਦਿਨ, ਜਿਵੇਂ ਹੁੰਦਾ ਸੁਭਾਅ ਵੀ ਲੜਕੀ ਨੂੰ ਮਿਲਣ ਵਾਸਤੇ ਪਰਿਵਾਰ ਆਉਂਦਾ ਹੈ, ਮੂਲ ਚੰਦ ਜੀ ਆਪਣੇ ਸਾਕ ਸੰਬੰਧੀਆਂ ਦੇ ਨਾਲ ਮਾਤਾ ਸੁਲੱਖਣੀ ਨੂੰ ਮਿਲਣ ਵਾਸਤੇ ਸੁਲਤਾਨਪੁਰ ਲੋਧੀ ਆ ਜਾਂਦੇ ਨੇ। ਜਦੋਂ ਸੁਲਤਾਨਪੁਰ ਲੋਧੀ ਆਉਂਦੇ ਨੇ, ਉਹ ਵੀ ਆ ਕੇ ਉੱਥੇ ਬੈਠ ਜਾਂਦੇ ਨੇ। ਜਦੋਂ ਆ ਕੇ ਬੈਠ ਗਏ, ਇਹੀ ਗੱਲ ਫੇਰ ਚੱਲਦੀ ਹੈ ਦੁਆਰ ਤੋਂ, ਸਾਰੀ ਗੱਲ ਨੂੰ ਸੋਚ ਸਮਝ ਲੈਂਦੇ ਨੇ, ਸੁਣ ਲੈਂਦੇ ਨੇ। ਤਾਂ ਫਿਰ ਮੂਲ ਚੰਦ ਜੀ ਜਿਹੜੇ ਸਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਹੁਰਾ ਸਾਹਿਬ, ਉਹ ਵੀ ਇਸ ਤਰ੍ਹਾਂ ਗੱਲ ਲੱਗੇ ਕਰਨ, ਮੂਲ ਚੰਦ ਜੀ ਪਟਵਾਰੀ ਜੀ। ਹਾਂਜੀ, 3 ਦਿਵਸ ਪੀ ਵਿਆਹ ਪਿਛਾਰੀ। ਤੀਸਰੇ ਦਿਨ ਵਿਆਹ ਤੋਂ ਮਗਰੋਂ ਗਮਨਿਓ ਨਿਜ ਘਰ ਤੇ ਹਿਤ ਤਾਰੀ। ਬੜੀ ਤਿਆਰੀ ਕਰਕੇ ਵੀ ਮੈਂ ਆਪਣੀ ਲੜਕੀ ਨੂੰ ਵਾਪਸ ਲੈ ਕੇ ਆਵਾਂਗਾ। ਹੁਣ 2-3 ਦਿਨ ਹੋ ਗਏ, ਲੜਕੀ ਨੂੰ ਇੱਕ ਵਾਰੀ ਮੈਂ ਵਾਪਸ ਲੈ ਆਵਾਂ, ਮਿਲ ਗਿਲ ਜਾਣਗੇ ਫਿਰ ਵਾਪਸ ਚਲੇ ਜਾਣਗੇ। ਇਸ ਤਰ੍ਹਾਂ ਮਨ ਵਿੱਚ ਧਾਰ ਕੇ ਉਹ ਮੂਲ ਚੰਦ ਜੀ ਆਪਣੀ ਤਿਆਰੀ ਕਰਕੇ ਆ ਗਏ ਲੈਨ ਹੇਤ ਨਿਜ ਤਨ ਜਾ ਆਇਓ। ਆਪਣੀ ਲੜਕੀ ਨੂੰ ਲੈਣ ਵਾਸਤੇ। ਪਹੁੰਚ ਸਭਨ ਮੈਂ ਸੀਸ ਨਿਵਾਇਓ। ਹੁਣ ਸਾਰੇ ਪਰਿਵਾਰ ਬੈਠਿਆ ਸੀ ਉੱਥੇ, ਪਰਿਵਾਰ ਵਿੱਚ ਬੈਠ ਕੇ ਉਹਨਾਂ ਨੇ ਫਤਿਹ ਬੁਲਾਈ, ਸੀਸ ਨਿਭਾ ਕੇ ਸਾਰਿਆਂ ਨੂੰ ਫਤਿਹ ਬੁਲਾ ਕੇ ਬਹਿ ਗਏ। ਸੁਨ ਪ੍ਰਬਾਦ ਕੋ ਬਚਨ ਬਖਾਨਾ। ਹੁਣ ਆਪ ਦੇ ਵਿੱਚ ਜੈ ਰਾਮ ਜੀ ਤੇ ਮਹਿਤਾ ਕਾਲੂ ਜੀ ਦੀ ਜਿਹੜੀ ਗੱਲ ਚੱਲਦੀ ਸੀ ਉਹਨੂੰ ਸੁਣ ਕੇ ਰਹਿ ਸ੍ਰੀ ਨਾਨਕਪੁਰ ਸੁਲਤਾਨਾ। ਮੂਲ ਚੰਦ ਜੀ ਵੀ ਕਹਿਣ ਲੱਗੇ ਬਈ ਹੁਣ ਬਣਦਾ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਲਤਾਨਪੁਰ ਲੋਧੀ ਹੈ ਰਹਿਣਾ, ਕਿਉਂਕਿ ਇਹਨਾਂ ਦਾ ਕਾਰੋਬਾਰ ਇੱਥੇ ਹੈ, ਕੰਮਕਾਜ ਇੱਥੇ ਹੈ। ਹੁਣ ਲੜਕੀ ਤੇ ਇਹ ਦੋਨੋਂ ਇਕੱਠੇ ਰਹਿਣਗੇ, ਇਹੀ ਗੱਲ ਫੱਬਦੀ ਹੈ। ਹੁਣ ਲੜਕੇ ਦਾ ਵਿਆਹ ਹੋ ਗਿਆ, ਇਹ ਕੰਮਕਾਜ ਕਰਦਾ ਵੀ ਫੱਬਦਾ ਹੈ। ਹੁਣ ਕੰਮ ਇੱਥੇ ਹੈ ਤੇ ਇਹ ਕੰਮ ਛੱਡ ਕੇ ਚਲੇ ਜਾਣ ਰਾਏ ਭੋਏ ਕੀ ਤਲਵੰਡੀ, ਤੇ ਇਹ ਵੀ ਗੱਲ ਨਹੀਂ ਚੰਗੀ ਲੱਗਦੀ। ਇਸ ਕਰਕੇ ਆਪਣੀ ਸਲਾਹ ਦਿੱਤੀ ਮੂਲ ਚੰਦ ਜੀ ਨੇ, ਕਾਰ ਕਰਨ ਕੋ ਔਰ ਨਾ ਕੋ। ਤੇ ਹੋਰ ਕੋਈ ਕੰਮਕਾਜ ਨਹੀਂ ਹੈ, ਤੇ ਜਿਹੜੇ ਇਹਨਾਂ ਨੇ ਮੋਦੀਖਾਨਾ ਲਿੱਤਾ ਹੈ ਇੱਥੇ ਹੀ ਇੱਕ ਸੋਭਦੇ ਹਨ। ਲੇਖਾ ਕਰ ਹੈ ਵਿਸ਼ੇਖ ਹੈ ਜੋ। ਮੋਦੀਖਾਨੇ ਦੇ ਉੱਪਰ ਬੈਠ ਕੇ ਲੇਖਾ ਜੋਖਾ ਕਰਨ
ਤੇ ਆਪਣੀ ਕਿਰਤ ਕਮਾਈ ਕਰਨ। ਇਹ ਗੱਲ ਤਾਂ ਬੜੀ ਚੰਗੀ ਹੈ। ਜੈ ਰਾਮ ਜੀ ਦੀ ਸਲਾਹ ਦਰੁਸਤ ਹੈ। ਇਸ ਤਰ੍ਹਾਂ ਮੂਲ ਚੰਦ ਜੀ ਨੇ ਵੀ ਕਿਹਾ। ਪੁਨ ਪਰਮਾਨੰਦ ਪਰਮ ਸਿਆਣਾ। ਪਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਪਰਮਾਨੰਦ ਜੀ ਬਹੁਤ ਸਿਆਣਾ ਪੁਰਸ਼ ਸੀ, ਜੈ ਰਾਮ ਜੀ ਦਾ ਪਿਤਾ। ਹਾਂਜੀ, ਮਨ ਹੈ ਜਹ ਬਚ ਜੇ ਮਤਵਾਨਾ। ਤੇ ਬੜਾ ਸਮਝਦਾਰ ਸੀ, ਬੁੱਧੀਮਾਨ ਸੀ, ਔਰ ਸਾਰਿਆਂ ਦੀ ਗੱਲਬਾਤ ਸੁਣ ਕੇ ਉਸਨੇ ਇਸ ਤਰ੍ਹਾਂ ਦੀ ਸਲਾਹ ਦਿੱਤੀ। ਸਭਨ ਹੇਤ ਕੀ ਬੋਲਿਓ ਬਾਣੀ। ਸਾਰਿਆਂ ਦੀ ਗੱਲਬਾਤ ਸੁਣ ਕੇ, ਸਮਝ ਕੇ, ਵਿਚਾਰ ਕੇ ਸਿਆਣੀ ਗੱਲ ਕੀਤੀ ਸੁਨਹੁ ਸ਼੍ਰੋਣ ਸ਼ੁਭ ਰੀਤ ਪਛਾਨੀ। ਕਿ ਸਾਰੇ ਜਣੇ ਭਾਈ ਮੇਰੀ ਗੱਲ ਸੁਣੋ। ਹੁਣ ਉਹ ਸਿਆਣੇ ਸਨ, ਸਾਰਿਆਂ 'ਚ ਵਡੇਰੀ ਉਮਰ ਦੇ ਸੀ। ਸਾਰਿਆਂ ਨੇ ਬੜੀ ਗੌਰ ਦੇ ਕੇ ਗੱਲ ਸੁਣੀ। ਕਹਿਣ ਲੱਗੇ ਮੇਰੀ ਇੱਕ ਗੱਲ ਸੁਣੋ। ਪਇਓ ਬਿਹਾ ਸੁਤ ਇੱਕ ਕੀ ਮਾਤਾ। ਕਿ ਦੇਖੋ ਗੱਲ ਤਾਂ ਚੰਗੀ ਇਹੀ ਲੱਗਦੀ ਹੈ ਕਿ ਇੱਕ ਵਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਮਾਤਾ ਸੁਲੱਖਣੀ ਜੀ ਆਪਣੇ ਮਾਤਾ ਪਿਤਾ ਦੇ ਘਰ ਜਾਣ, ਔਰ ਜੋ ਚਾਅ ਲਾਡ ਮਾਤਾ ਪਿਤਾ ਦੇ ਹਨ, ਜੋ ਉਹਨਾਂ ਨੇ ਰਸਮਾਂ ਕਰਨੀਆਂ ਨੇ, ਇੱਕੋ ਇੱਕ ਉਹਨਾਂ ਦਾ ਪੁੱਤਰ ਹੈ। ਮਾਤਾ ਪਿਤਾ ਦੇ ਮਨ ਵਿੱਚ 100 ਚਾਅ ਲਾਡ ਹੁੰਦੇ ਨੇ, 100 ਤਰ੍ਹਾਂ ਦੀਆਂ ਰਸਮਾਂ ਕਰਨੀਆਂ ਹੁੰਦੀਆਂ ਨੇ, ਸਾਕ ਸੰਬੰਧੀਆਂ ਨੂੰ ਮਿਲਣਾ ਹੁੰਦਾ। ਸੋ ਇਸ ਕਰਕੇ ਮਾਂ-ਬਾਪ ਦੇ ਹੱਕ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ। ਇਹ ਪੁੱਤਰ ਜੈ ਰਾਮ, ਇੱਕ ਵਾਰ ਇਹਨਾਂ ਨੂੰ ਜ਼ਰੂਰ ਆਪਣੇ ਘਰ ਜਾ ਲੈਣ ਦਿਓ, ਫੇਰ ਭਾਵੇਂ ਵਾਪਸ ਇੱਥੇ ਹੀ ਆ ਜਾਣ। ਇਸ ਤਰ੍ਹਾਂ ਦੀ ਸਲਾਹ ਹੁਣ ਪਰਮਾਨੰਦ ਜੀ ਨੇ ਦਿੱਤੀ ਹੈ। ਬਿਨਾ ਬਿਲੋਕੇ ਕਿਉਂ ਹੈ ਸ਼ਾਂਤਾ। ਕਹਿਣ ਲੱਗੇ ਮਾਤਾ ਪਿਤਾ ਦੇ, ਜਦੋਂ ਤੱਕ ਇਹਨਾਂ ਦੀ ਮਾਤਾ ਆਪਣੀ ਨੂੰਹ ਨੂੰ, ਆਪਣੇ ਪੁੱਤਰ ਨੂੰ ਘਰ ਵਿੱਚ ਉਤਾਰਾ ਨਹੀਂ ਕਰ ਦਿੰਦੀ, ਸਾਰੇ ਰੀਤੀ ਰਿਵਾਜ ਰਸਮਾਂ ਨਹੀਂ ਕਰ ਲੈਂਦੀ, ਉਹਨਾਂ ਦੇ ਮਨ ਨੂੰ ਸ਼ਾਂਤੀ ਕਿੱਥੋਂ ਆਉਣੀ ਹੈ। ਇਸ ਤਰ੍ਹਾਂ ਪਰਮਾਨੰਦ ਜੀ ਨੇ ਕਿਹਾ। ਤਿਤ ਹੈ ਉਡੀਕਤ ਸੋ ਦ੍ਰਿਗ ਲਾਈ। ਹਾਂ, ਮਾਤਾ ਤ੍ਰਿਪਤਾ ਜੀ ਵੀ ਇਹਨਾਂ ਦੀ ਮਾਤਾ ਉਡੀਕਦੀ ਹੋਣੀ ਹੈ। ਵਿਛਰੇ ਬਚ ਜਿਉ ਤੇਨ ਲਵਾਈ। ਕਹਿਣ ਲੱਗੇ ਬਹੁਤ ਮਾਤਾ ਦੇ ਮਨ ਵਿੱਚ ਲਾਲਸਾ ਹੁੰਦੀ ਹੈ, ਮਾਤਾ ਦੇ ਮਨ ਵਿੱਚ ਲਾਲਸਾ ਹੁੰਦੀ ਹੈ ਆਪਣੇ ਪੁੱਤਰ ਨੂੰ ਦੇਖਣ ਦੀ। ਜਿਸ ਪ੍ਰਕਾਰ ਗਊ ਹੁੰਦੀ ਹੈ, ਗਊ ਵੀ 2 ਘੜੀ ਆਪਣੇ ਬਾਰ-ਬਾਰ ਬਛੜੇ ਨੂੰ ਹੇਰਦੀ ਰਹਿੰਦੀ ਹੈ, ਦੇਖਦੀ ਰਹਿੰਦੀ ਹੈ। ਇਸ ਪ੍ਰਕਾਰ ਮਾਤਾ ਦਾ ਹਿਰਦਾ ਹੀ ਐਸਾ ਹੁੰਦਾ। ਪਰਮਾਨੰਦ ਜੀ ਕਹਿੰਦੇ ਉਹਨਾਂ ਦੇ ਮਨ ਵਿੱਚ ਭਾਈ ਬਹੁਤ ਤੀਬਰ ਇੱਛਾ ਹੋਊਗੀ ਆਪਣੇ ਪੁੱਤਰ ਨੂੰ, ਆਪਣੀ ਨੂੰਹ ਨੂੰ ਦੇਖਣ ਦੀ। ਇਸ ਕਰਕੇ ਇਹਨਾਂ ਨੂੰ ਉੱਥੇ ਹੀ ਜਾਣਾ ਬਣਦਾ ਹੈ। ਆਸਿਤ ਸ਼ਬ ਬਿਨ ਮਿਲੇ ਅਨੀਤੂ। ਤਾਂ ਅਜਿਹੀ ਖੁਸ਼ੀ ਦੇ ਮੌਕੇ ਜਦੋਂ ਆਪਣੀ ਨੂੰਹ ਨੂੰ ਬਿਨਾਂ ਮਿਲੇ ਰਹਿਣਗੇ, ਸਭ ਮਨ ਰਖੋ ਹੋਤ ਵਿਪਰੀਤ। ਇਹ ਤਾਂ ਬੜੀ ਉਲਟ ਗੱਲ ਹੋ ਜਾਵੇਗੀ। ਲੜਕੇ ਦਾ ਵਿਆਹ ਹੋਇਆ ਹੋਵੇ ਔਰ ਲੜਕੇ ਦੀ ਮਾਤਾ ਕੋਈ ਚਾਅ ਲਾਡ ਨਾ ਕਰੇ, ਕੋਈ ਰੀਤੀ ਰਸਮ ਨਾ ਕਰੇ, ਤੇ ਇਹ ਤਾਂ ਬੜੀ ਉਲਟ ਗੱਲ ਹੈ। ਉਹਨਾਂ ਦੇ ਮਨ ਦੇ ਤਾਂ ਚਾਅ ਲਾਡ ਹੀ ਅਧੂਰੇ ਰਹਿ ਜਾਣਗੇ। ਇਸ ਤਰ੍ਹਾਂ ਪਰਮਾਨੰਦ ਜੀ ਨੇ ਕਿਹਾ। ਮੂਲ ਚੰਦ ਸੁਨ ਤੋਰ ਕੁਮਾਰੀ। ਤਾਂ ਫਿਰ ਮੂਲ ਚੰਦ ਜੀ ਨੂੰ ਵੀ ਸਮਝਾਇਆ ਪਰਮਾਨੰਦ ਜੀ ਨੇ। ਪਇਓ ਆਵਨਾ ਪੂਰਬ ਵਾਰੀ। ਕਹਿਣ ਲੱਗੇ ਹੇ ਮੂਲ ਚੰਦ ਜੀ, ਪਰਮਾਨੰਦ ਜੀ ਕਹਿਣ ਲੱਗੇ ਕਿ ਤੁਸੀਂ ਵੀ ਸੁਣੋ, ਤੇਰੀ ਲੜਕੀ ਦਾ ਵਿਆਹ ਹੋਇਆ ਹੈ, ਅਜੇ ਲੜਕੀ ਤੇਰੀ ਸੁਲਤਾਨਪੁਰ ਲੋਧੀ ਆਈ ਹੈ। ਹੁਣ ਲੜਕੀ ਨੂੰ ਪਹਿਲਾਂ ਰਾਏ ਭੋਏ ਦੀ ਤਲਵੰਡੀ ਜਾਣ ਦਿਓ ਤੇ ਉੱਥੇ ਕੁਝ ਸਮਾਂ ਰਹਿਣ ਦਿਓ। ਮਾਤਾ ਪਿਤਾ ਕੋਲੇ ਰਹੇਗੀ ਤੇ ਉਹਨਾਂ ਦੇ ਚਾਅ ਲਾਡ ਹੋ ਜਾਣਗੇ ਪੂਰੇ। ਮਾਤਾ ਤ੍ਰਿਪਤਾ ਜੀ ਹੈ, ਉਹਨਾਂ ਦੇ ਸਾਕ ਸੰਬੰਧੀ ਸਾਰੇ ਖੁਸ਼ੀਆਂ ਮਨਾ ਲੈਣਗੇ। ਉਸ ਤੋਂ ਮਗਰੋਂ ਤੁਸੀਂ ਭਾਵੇਂ ਲੜਕੀ ਨੂੰ ਕੁਝ ਸਮੇਂ ਵਾਸਤੇ ਫਿਰ ਵਾਪਸ ਆਪਣੇ ਪਿੰਡ ਪੱਖੋ ਕੇ ਰੰਧਾਵੇ ਲੈ ਜਾਣਾ। ਇਸ ਤਰ੍ਹਾਂ ਜਦੋਂ ਪਰਮਾਨੰਦ ਜੀ ਨੇ ਸਲਾਹ ਦਿੱਤੀ, ਹੁਣ ਸਿਆਣੇ ਸਨ, ਉਹਨਾਂ ਅੱਗੇ ਨਾ ਤਾਂ ਬੋਲ ਸਕੇ ਮੂਲ ਚੰਦ ਜੀ, ਨਾ ਜੈ ਰਾਮ ਬੋਲ ਸਕਿਆ। ਤਾਂ ਫਿਰ ਇਸ ਤਰ੍ਹਾਂ ਪਰਮਾਨੰਦ ਜੀ ਨੇ ਇਹ ਸਲਾਹ ਦਿੱਤੀ। ਜਾਏ ਸਾਸ ਦਿਗ ਰੀਤ ਸੁਹਾਤੀ। ਇਹੀ ਗੱਲ ਸ਼ੋਭਾ ਪਾਉਂਦੀ ਹੈ ਵੀ ਲੜਕੀ ਆਪਣੀ ਸੱਸ ਕੋਲੇ ਜਾਵੇ। ਤੇਰ ਬਦੂ ਹੈ ਸੀਤਲ ਛਾਤੀ। ਉਹ ਆਪਣੇ ਮਨ ਨੂੰ ਠੰਡਾ ਕਰੇਗੀ ਆਪਣੇ ਪੁੱਤਰ ਨੂੰ ਗਲ ਦੇ ਨਾਲ ਲਾ ਕੇ। ਕੇਤਕ ਦਿਨ ਰਹਿ ਲਿਆ ਅਸੀਸਾ। ਹਾਂ, ਮਾਂ ਪਿਓ ਦੀ ਸੀਸ ਲੈਣਗੇ, ਸਾਕ ਸੰਬੰਧੀਆਂ ਦੀ ਸੀਸਾਂ ਲੈਣਗੇ। ਮਨਿਆ ਵਹਿ ਪਦ ਪਰ ਧਰ ਸੀਸਾ। ਹਾਂ, ਆਪਣੇ ਮਾਂ ਪਿਤਾ ਦੀ ਅਸੀਸ ਲੈ ਕੇ ਖੁਸ਼ੀਆਂ ਪ੍ਰਾਪਤ ਕਰਕੇ, ਕਿਉਂਕਿ ਮਾਂ-ਬਾਪ ਦੀ ਸੀਸ ਸਭ ਤੋਂ ਵੱਡੀ ਹੈ। ਮਾਂ-ਬਾਪ ਦੀ ਸੀਸ ਸਭ ਤੋਂ ਵੱਡੀ ਹੈ। ਇਹ ਬੰਦੇ ਨੂੰ ਤਾਰ ਵੀ ਦਿੰਦੀ ਹੈ, ਮਾਂ-ਬਾਪ ਦੀ ਦੁਰਸੀਸ ਮਾਰ ਵੀ ਦਿੰਦੀ ਹੈ। ਇਸ ਪ੍ਰਕਾਰ ਕਿਉਂ
ਬਿਨ ਬਨੇ ਰਹਿਣ ਤਲਵੰਡੀ। ਇਸ ਕਰਕੇ ਇਹਨਾਂ ਦਾ ਬਹੁਤਾ ਸਮਾਂ ਨਾ ਤਾਂ ਤਲਵੰਡੀ ਰਹਿਣਾ ਬਣਦਾ ਹੈ। ਹੁਣ ਸਿਆਣੀ ਗੱਲ ਕਰਦੇ ਨੇ ਪਰਮਾਨੰਦ ਜੀ ਵੀ ਰੁਜ਼ਗਾਰ ਇੱਥੇ ਹੈ, ਕਾਰੋਬਾਰ ਇੱਥੇ ਹੈ, ਕੰਮਕਾਜ ਇੱਥੇ ਹੈ। ਇਸ ਕਰਕੇ ਬਹੁਤਾ ਸਮਾਂ ਤਾਂ ਇਹਨਾਂ ਦਾ ਰਹਿਣਾ ਨਹੀਂ ਉੱਥੇ ਬਣਦਾ, ਵਾਪਸ ਇੱਥੇ ਹੀ ਆ ਜਾਣ। ਇਸ ਤਰ੍ਹਾਂ ਪਰਮਾਨੰਦ ਜੀ ਨੇ ਕਿਹਾ। ਕ੍ਰਿਤ ਮੋਦੀ ਕੀ ਇਹ ਠਾਂ ਮੰਡੀ। ਹਾਂ, ਕਿਉਂਕਿ ਕਿਰਤ ਜਿਹੜੀ ਮੋਦੀ ਦੀ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਹੈ, ਰਾਏ ਭੋਏ ਦੀ ਤਲਵੰਡੀ ਵਿੱਚ ਨਹੀਂ। ਵਾਲੇ ਕੋ ਤਜ ਕਰ ਅਬ ਜਾਵਹਿ। ਹੁਣ ਜੈ ਰਾਮ ਜੀ ਨੇ ਇੱਕ ਸਵਾਲ ਕੀਤਾ ਸੀ ਵੀ ਇੱਥੇ ਮੋਦੀਖਾਨਾ ਕੌਣ ਚਲਾਊਗਾ ਫਿਰ, ਜੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਰਾਏ ਭੋਏ ਦੀ ਤਲਵੰਡੀ ਚਲੇ ਗਏ ਤਾਂ। ਇਹ ਵੀ ਬੜਾ ਸਵਾਲ ਸੀ। ਹੁਣ ਪਰਮਾਨੰਦ ਜੀ ਨੇ ਜੈ ਰਾਮ ਦੇ ਪਿਤਾ ਜੀ ਨੇ ਕਿਹਾ ਕਿ ਸੁਣ ਜੈ ਰਾਮ, ਇਹਨਾਂ ਦੇ ਨਾਲ ਦਾ ਸਾਥੀ ਹੈ ਭਾਈ ਬਾਲਾ ਜੀ। ਕੁਝ ਸਮੇਂ ਵਾਸਤੇ ਭਾਈ ਬਾਲਾ ਜੀ ਮੋਦੀਖਾਨੇ ਨੂੰ ਸੰਭਾਲ ਲੈਣਗੇ, ਸਾਰਾ ਕੰਮਕਾਜ ਦੇਖ ਲੈਣਗੇ। ਪਹਿਲਾਂ ਵੀ ਉਹ ਚੰਗੀ ਤਰ੍ਹਾਂ ਦੇਖਭਾਲ ਕਰ ਲੈਂਦੇ ਨੇ। ਇਸ ਕਰਕੇ ਹੁਣ ਗੁਰੂ ਨਾਨਕ ਦੇਵ ਜੀ ਨੂੰ ਤੇ ਮਾਤਾ ਸੁਲੱਖਣੀ ਜੀ ਨੂੰ ਮਹਿਤਾ ਕਾਲੂ ਜੀ ਦੇ ਨਾਲ ਇਹਨਾਂ ਦੇ ਸਾਕ ਸੰਬੰਧੀਆਂ ਸਮੇਤ ਰਾਏ ਭੋਏ ਦੀ ਤਲਵੰਡੀ ਇਹਨਾਂ ਨੂੰ ਜਾਂ ਲੈਣ ਦਿਓ। ਇਸ ਤਰ੍ਹਾਂ ਸਲਾਹ ਦਿੱਤੀ। ਬਹਰੇ ਆਏ ਨਿਜ ਕਾਰ ਚਲਾਵਹਿ। ਹਾਂ, ਜਦੋਂ ਉੱਥੋਂ ਵਾਪਸ ਆ ਜਾਣਗੇ ਫਿਰ ਆਪਣਾ ਮੋਦੀਖਾਨੇ ਦਾ ਜਿਹੜੇ ਕਾਰਜ ਹੈ ਉਸੇ ਤਰ੍ਹਾਂ ਸੰਭਾਲ ਲੈਣਗੇ। ਇਸ ਤਰ੍ਹਾਂ ਕਿਹਾ। ਸੁਨ ਪਰਮਾਨੰਦ ਕੀ ਸ਼ੁਭ ਬਾਣੀ। ਤਾਂ ਇਸ ਪ੍ਰਕਾਰ ਪਰਮਾਨੰਦ ਜੀ ਦੀ ਚੰਗੀ ਸ਼ੁਭ ਗੁਣਾ ਵਾਲੀ ਗੱਲ ਨੂੰ ਸੁਣ ਕੇ ਮਨ ਮਾਨੀ ਸਭ ਤੂਸ਼ਨ ਠਾਨੀ। ਸਾਰੇ ਚੁੱਪ ਹੋ ਗਏ ਔਰ ਸਾਰਿਆਂ ਨੇ ਗੱਲ ਨੂੰ ਮੰਨ ਲਿਆ। ਮੁਝੇ ਬੁਲਾਏ ਲੀਨ ਤਹਿ ਕਾਲਾ। ਹੁਣ ਭਾਈ ਬਾਲਾ ਜੀ ਕਹਿਣ ਲੱਗੇ ਮੈਂ ਮੋਦੀਖਾਨੇ ਦੇ ਸੀ। ਉਸੇ ਵੇਲੇ ਇੱਕ ਨੌਕਰ ਨੂੰ ਭੇਜ ਕੇ ਮੈਨੂੰ ਘਰ ਦੇ ਵਿੱਚ ਬੁਲਾਇਆ ਗਿਆ। ਬੋਲੇ ਬਾਣੀ ਦੀਨ ਦਇਆਲਾ। ਹੁਣ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਬੋਲੇ। ਦੀਨ ਦਿਆਲਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੋਲੇ ਹਮ ਜਾਵਹਿ ਤਲਵੰਡੀ ਨਗਰੀ। ਕਿ ਭਾਈ ਬਾਲਾ ਸਾਨੂੰ ਕੁਝ ਸਮੇਂ ਵਾਸਤੇ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਜਾਣਾ ਪਵੇਗਾ। ਰਹਿ ਤੁਮ ਕਾਰ ਚਲਾਵੋ ਸਗਰੀ। ਤੁਸੀਂ ਹੁਣ ਇੱਥੇ ਰਹਿ ਕੇ ਮੋਦੀਖਾਨੇ ਦੀ ਕਾਰ ਕਰਨਾ। ਖਰਚ ਨਿਸ਼ੰਕ ਹੈ ਦੇਹੋ ਵਿਸ਼ੇਖਾ। ਹਾਂ, ਤੁਸੀਂ ਕਿਸੇ ਗੱਲ ਦੀ ਮਨ ਵਿੱਚ ਸ਼ੰਕਾ ਨਹੀਂ ਕਰਨਾ, ਕਿਸੇ ਮਨ ਵਿੱਚ ਕਿਸੇ ਗੱਲ ਦਾ ਡਰ ਨਹੀਂ ਰੱਖਣਾ। ਤੇ ਜਿਸ ਤਰ੍ਹਾਂ ਚੱਲਦਾ ਸੀ ਉਸੇ ਤਰ੍ਹਾਂ ਗਰੀਬਾਂ ਨੂੰ ਜੋ ਵੀ ਚੀਜ਼ ਮੰਗੂਗਾ ਖੁੱਲ੍ਹ ਦਿਲੀ ਦੇ ਨਾਲ ਸਾਰੀਆਂ ਚੀਜ਼ਾਂ ਵੰਡਣਾ। ਆਨ ਕਰਹਿਗੇ ਹਮ ਸਭ ਲੇਖਾ। ਤੂੰ ਲੇਖੇ ਜੋਖੇ ਤੋਂ ਨਹੀਂ ਘਬਰਾਣਾ। ਮਹਾਰਾਜ ਕਹਿੰਦੇ ਮੈਂ ਆਪ ਆ ਕੇ ਦੌਲਤ ਖਾਨ ਨਵਾਬ ਦੇ ਨਾਲ ਲੇਖਾ ਜੋਖਾ ਕਰ ਲਵਾਂਗਾ। ਅਸੀਂ ਆਪ ਆ ਕੇ ਲੇਖਾ ਜੋਖਾ ਕਰ ਲਵਾਂਗੇ। ਹੁਣ ਜਿੰਨਾ ਚਿਰ ਅਸੀਂ ਉੱਥੋਂ ਵਾਪਸ ਨਹੀਂ ਆਂਦੇ ਇੰਨਾ ਚਿਰ ਤੂੰ ਮੋਦੀਖਾਨੇ ਦੀ ਕਾਰ ਸੰਭਾਲੀ। ਸੁਨੀਏ ਸ਼੍ਰੀ ਅੰਗਦ ਕਹਿ ਬਾਲਾ। ਹੁਣ ਫੇਰ ਭਾਈ ਬਾਲਾ ਜੀ ਕਹਿਣ ਲੱਗੇ। ਹੁਣ ਸਾਰੀ ਇਹ ਕਹਾਣੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ। ਭਾਈ ਬਾਲਾ ਜੀ ਹੁਣ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਲੱਗੇ ਕਹਿਣ ਕਿ ਉਸ ਟਾਈਮ ਹੇ ਗੁਰੂ ਅੰਗਦ ਦੇਵ ਜੀ, ਜਦੋਂ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਕਿਹਾ ਕਿ ਭਾਈ ਬਾਲਾ ਜੀ ਤੂੰ ਮੋਦੀਖਾਨੇ ਦੀ ਕਾਰ ਸੰਭਾਲ ਔਰ ਬਿਨਾਂ ਕਿਸੇ ਡਰ ਤੋਂ ਗਰੀਬ ਨੂੰ ਭੁੱਖੇ ਨੂੰ ਅੰਨ ਵਰਤਾਈ, ਨੰਗੇ ਨੂੰ ਕੱਪੜਾ ਦੇਈ, ਲੋੜਵੰਦ ਨੂੰ ਪੈਸੇ ਦੇਈ, ਕਿਸੇ ਗੱਲ ਦਾ ਸੰਕੋਚ ਨਾ ਕਰੀ। ਅਸੀਂ ਆਪ ਆ ਕੇ ਹਿਸਾਬ ਕਰ ਲਾਂਗੇ। ਜਦੋਂ ਮੈਨੂੰ ਇਸ ਤਰ੍ਹਾਂ ਕਿਹਾ, ਇਸ ਤਰ੍ਹਾਂ ਹੁਣ ਭਾਈ ਬਾਲਾ ਜੀ ਲੱਗੇ ਕਹਿਣ। ਹਾਂ ਬੋਲਿਓ ਬਾਣੀ ਤਹਿ ਕਾਲਾ। ਭਾਈ ਬਾਲਾ ਜੀ ਕਹਿਣ ਲੱਗੇ ਉਸ ਟਾਈਮ ਫਿਰ ਮੈਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਕਿਹਾ ਲੈਣ ਦੇਣ ਕੋ ਕਾਜ ਵਿਸ਼ੇਖਾ। ਕਿ ਮਹਾਰਾਜ ਜੀ ਮੋਦੀਖਾਨੇ ਦੀ ਜਿਹੜੀ ਕਾਰ ਹੈ ਨਾ ਚਲਾਉਣੀ ਬੜੀ ਔਖੀ ਹੈ। ਇਹ ਤਾਂ ਤੁਹਾਡੇ ਹੀ ਹੱਥਾਂ ਦੇ ਵਿੱਚ ਬਰਕਤਾਂ ਨੇ। ਇੰਨੀਆਂ ਲੰਬੀਆਂ ਲਾਈਨਾਂ ਨੂੰ ਸਾਰਾ ਦਿਨ ਆਪ ਜੀ ਮੋਦੀਖਾਨੇ ਦੇ ਉੱਪਰ ਰਹਿ ਕੇ 13 ਤੋਲੀ ਜਾਂਦੇ ਹੋ, ਵਸਤੂਆਂ ਦੇਈ ਜਾਂਦੇ ਹੋ ਔਰ ਕੋਈ ਵਸਤੂ ਘਟਦੀ ਨਹੀਂ ਹੈ। ਮਹਾਰਾਜ ਜੀ ਮੇਰੇ ਹੱਥ ਦੇ ਵਿੱਚ ਏਡੀਆਂ ਬਰਕਤਾਂ ਨਹੀਂ ਹਨ। ਇਹ ਸਾਰੀਆਂ ਬਰਕਤਾਂ ਤਾਂ ਤੁਹਾਡੇ ਪਾਸ ਹੀ ਹਨ। ਇਸ ਕਰਕੇ ਇਹ ਲੈਣਾ ਦੇਣਾ ਬੜਾ ਔਖਾ ਕੰਮ ਹੈ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭਾਈ ਬਾਲੇ ਨੇ ਬੇਨਤੀ ਕੀਤੀ ਮੋਤੇ ਸੰਭਿਓ ਜਾਏ ਨਾ ਲੇਖਾ। ਕਿ ਮੇਰੇ ਤੋਂ ਇਹ ਪੈਸੇ ਲੈਣੇ ਦੇਣੇ ਹਿਸਾਬ ਕਰਨੇ ਮਹਾਰਾਜ ਜੀ ਮੇਰੇ ਤੋਂ ਸੰਭਾਲਿਆ ਨਹੀਂ ਜਾਣਾ। ਮੈਂ ਤਾਂ ਜ਼ਿਮੀਂਦਾਰ ਬੰਦਾ, ਮੈਨੂੰ ਇੰਨੀ ਲਿਖਤ ਪੜ੍ਹਤ ਵੀ ਨਹੀਂ ਆਉਂਦੀ। ਭਾਈ ਬਾਲਾ ਜੀ ਕਹਿਣ ਲੱਗੇ ਤੁਸੀਂ ਤਾਂ ਮਹਾਰਾਜ ਜੀ ਸਾਰੀ ਦੁਨੀਆ ਦੀ ਵਿੱਦਿਆ ਤੁਹਾਡੇ ਅੰਦਰ ਹੈ,
ਮੈਂ ਤਾਂ ਸਾਫ਼ ਅਨਪੜ੍ਹ ਹਾਂ। ਇਸ ਤਰ੍ਹਾਂ ਭਾਈ ਬਾਲੇ ਜੀ ਨੇ ਕਿਹਾ, ਕਾਰ ਚਲੇ ਕਿਉਂ ਬਿਨਾ ਤੁਮਾਰੇ। ਹੇ ਮਹਾਰਾਜ, ਆਪ ਦੁਨੀਆ ਦੇ ਮਾਲਕ ਹੋ, ਤੁਹਾਡੇ ਬਿਨਾ ਮੋਦੀਖਾਨਾ ਨਹੀਂ ਚੱਲ ਸਕਦਾ। ਇਸ ਤਰ੍ਹਾਂ ਭਾਈ ਬਾਲੇ ਜੀ ਨੇ ਪ੍ਰੇਮ ਦੇ ਵਿੱਚ ਬੇਨਤੀ ਕੀਤੀ, ਰਹਿਣ ਚਾਹੇ ਮਮ ਸਦਾ ਸੰਗਾਰੇ। ਹਾਂ, ਮੈਂ ਤਾਂ ਤੁਹਾਡੇ ਨਾਲ ਰਿਹਾ ਜ਼ਰੂਰ ਹਾਂ, ਮੋਦੀਖਾਨੇ ਦੇ ਉੱਪਰ ਬੈਠਾ ਰਹਿਣਾ, ਜੋ ਆਪ ਜੀ ਹੁਕਮ ਕਰਦੇ ਹੋ ਮੈਂ ਚੱਕ ਕੇ ਫੜਾ ਦਿੰਦਾ, ਪਰ ਇੰਨੀ ਬਰੀਕੀ ਦੇ ਵਿੱਚ ਲੇਖਾ ਜੋਖਾ ਕਰਨਾ ਮੇਰੇ ਬਸ ਦਾ ਕੰਮ ਨਹੀਂ ਹੈ। ਰਾਵਰ ਸਰਸ ਹੋਏ ਜੋ ਕੋ। ਹਾਂ ਮਹਾਰਾਜ ਜੀ, ਜਿਸ ਹਿਸਾਬ ਦੇ ਨਾਲ ਮੋਦੀਖਾਨਾ ਚੱਲਦਾ ਹੈ ਨਾ, ਜਿਸ ਇਨਸਾਨ ਦੇ ਅੰਦਰ ਤੁਹਾਡੇ ਜਿੰਨੀ ਬਰਕਤ ਹੋਵੇ, ਉਹ ਉਸ ਹਿਸਾਬ ਦੇ ਨਾਲ ਮੋਦੀਖਾਨਾ ਚਲਾ ਸਕਦਾ। ਦੂਜੇ ਕੋਲੇ ਮੋਦੀਖਾਨਾ ਨਹੀਂ ਚੱਲਣਾ। ਇੰਨੀ ਦਇਆ ਦ੍ਰਿਸ਼ਟੀ ਆਪ ਤੋਂ ਬਿਨਾਂ ਕੌਣ ਕਰ ਸਕਦਾ ਹੈ? ਗਰੀਬਾਂ ਦੇ ਉੱਪਰ ਇੰਨੀ ਦਇਆ ਕੌਣ ਕਰ ਸਕਦਾ ਹੈ? ਇਸ ਤਰ੍ਹਾਂ ਭਾਈ ਬਾਲਾ ਜੀ ਉਪਮਾ ਕਰਦੇ ਨੇ ਮਹਾਰਾਜ ਜੀ ਦੀ। ਮਹਾਰਾਜ, ਤੁਹਾਡੇ ਤੋਂ ਬਿਨਾਂ ਗਰੀਬਾਂ ਦਾ ਦੁੱਖ ਔਰ ਦਰਦ ਕੌਣ ਸਮਝ ਸਕਦਾ ਹੈ? ਆਪ ਤਾਂ ਅੰਤਰਜਾਮੀ ਹੋ। ਆਪ ਜੀ ਮੂਹਰੇ ਤਾਂ ਮੈਂ ਦੇਖਿਆ ਵੀ ਕਈ ਇਨਸਾਨ ਮੰਗਦੇ ਵੀ ਨਹੀਂ, ਮੰਗਣਾ ਬੜਾ ਔਖਾ ਹੈ। ਮੰਗਣ ਗਿਆ ਸੋ ਮਰ ਗਿਆ। ਕਹਿੰਦੇ ਕਈ ਤਾਂ ਮੰਗਦੇ ਵੀ ਨਹੀਂ, ਚੁੱਪ ਖੜੇ ਰਹਿੰਦੇ ਨੇ, ਤੁਸੀਂ ਉਹਨਾਂ ਦੀ ਦਿਲ ਦੀਆਂ ਜਾਣ ਕੇ ਉਹਨਾਂ ਦੀ ਝੋਲੀਆਂ ਭਰ ਦਿੰਦੇ ਹੋ। ਹੁਣ ਭਾਈ ਬਾਲਾ ਜੀ ਕਹਿੰਦਾ ਮੇਰੇ ਤੋਂ ਇਹ ਕਿੱਥੇ ਕੰਮ ਹੋਣਾ ਮਹਾਰਾਜ। ਇਸ ਤਰ੍ਹਾਂ ਭਾਈ ਬਾਲਾ ਜੀ ਲੱਗੇ ਕਹਿਣ, ਤਾ ਤੁਮ ਕ੍ਰਿਤ ਨਿਬਾਹੈ ਸੋ। ਤਾਂ ਇਸ ਕਰਕੇ ਮਹਾਰਾਜ ਜੀ, ਤੁਹਾਡੇ ਵਰਗੀ ਕਿਰਤ ਮੋਦੀਖਾਨੇ ਦੀ ਨਹੀਂ ਕੋਈ ਕਰ ਸਕਦਾ। ਸੁਨ ਬੋਲੇ ਸ੍ਰੀ ਮੁਖ ਸਸ ਸ਼ੋਭਾ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹੱਸ ਪਏ। ਹੱਸ ਕੇ ਕਹਿਣ ਲੱਗੇ, ਹੇ ਭਾਈ ਬਾਲਾ ਜੀ, ਬਚਨਨ ਪਰ ਅੰਮ੍ਰਿਤ ਛਬ ਲੋਭਾ। ਕਿ ਭਾਈ ਇਉਂ ਕਰ, ਤੂੰ ਸਾਡਾ ਬਚਨ ਮੰਨ। ਬਚਨ ਮੰਨ ਭਾਈ ਬਾਲਾ, ਕਿਸੇ ਗੱਲ ਦਾ ਫਿਕਰ ਨਾ ਕਰ। ਹੈ ਬਾਲੇ ਤੁਝ ਕੋ ਮਮ ਸੰਗਾ। ਕਹਿਣ ਲੱਗੇ ਭਾਈ ਬਾਲਾ, ਅਸੀਂ ਤੇਰੇ ਨਾਲ ਹੀ ਆ, ਅਸੀਂ ਤੇਰੇ ਨਾਲ ਹੀ ਆ। ਅਰ ਭਾਈ ਬਾਲਾ, ਤੂੰ ਫਿਕਰ ਕਿਉਂ ਕਰਦਾ ਹੈ? ਕਰਤਾਰ ਸਭ ਦੀ ਸਾਰ ਕਰਦਾ ਹੈ, ਸਭ ਦੇ ਕਾਰਜ ਉਹ ਕਰਤਾਰ ਆਪ ਕਰਦਾ ਹੈ। ਉਹ ਪਰਮੇਸ਼ਰ ਸਭ ਦਾ ਸੰਗੀ ਹੈ, ਸਭ ਦੇ ਨਾਲ ਹੈ, ਸਭ ਦੇ ਅੰਦਰ ਹੈ। ਤੂੰ ਕਿਸ ਗੱਲ ਦਾ ਫਿਕਰ ਕਰਦਾ ਹੈ ਭਾਈ ਬਾਲਾ? ਇਸ ਤਰ੍ਹਾਂ ਭਾਈ ਬਾਲੇ ਜੀ ਨੂੰ ਬੜੇ ਪ੍ਰੇਮ ਦੇ ਲਹਿਜੇ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿ ਰਹੇ ਹਨ। ਸਬੈ ਬੈ ਸਮੈ ਰਹਿ ਅਪੰਗਾ। ਕਹਿਣ ਲੱਗੇ ਕਿ ਭਾਈ ਤੂੰ ਸਦਾ ਹੀ ਸਾਡੇ ਨਾਲ ਰਿਹਾ, ਤੂੰ ਸਾਡੇ ਤੋਂ ਅੱਡ ਥੋੜਾ ਕੋਈ। ਤੂੰ ਤਾਂ ਭਾਈ ਬਾਲਾ ਸਦਾ ਹੀ ਮੇਰੇ ਨਾਲ ਹੈ, ਔਰ ਮੈਂ ਤੇਰੇ ਨਾਲ ਹਾਂ ਸਦਾ ਹੀ। ਇਸ ਤਰ੍ਹਾਂ ਮਹਾਰਾਜ ਜੀ ਨੇ ਵਚਨ ਕੀਤਾ। ਸਦਾ ਨਾਮ ਮਹਿ ਪ੍ਰੀਤ ਕਨੇਰੀ। ਤਾਂ ਇਸ ਕਰਕੇ ਭਾਈ ਬਾਲਾ ਉਸ ਸੱਚੇ ਕਰਤਾਰ ਨੂੰ ਯਾਦ ਕਰੋ, ਔਰ ਮੋਦੀਖਾਨੇ ਉੱਪਰ ਬੈਠ ਕੇ ਧੰਨ ਕਰਤਾਰ, ਧੰਨ ਨਿਰੰਕਾਰ, ਧੰਨ ਨਿਰੰਕਾਰ ਬੋਲਿਆ ਕਰ। ਸਤ ਕਰਤਾਰ, ਸਤ ਕਰਤਾਰ ਬੋਲਿਆ ਕਰ। ਮੋਦੀਖਾਨੇ ਦੀ ਕਾਰ ਆਪੇ ਚੱਲੇਗੀ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ, ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਲਿਵ ਜੋੜ ਔਰ ਧਨ ਪਦਾਰਥ ਵੰਡੀ ਜਾ, ਕਿਸੇ ਗੱਲ ਦੀ ਕਮੀ ਨਹੀਂ ਆਵੇਗੀ। ਇਸ ਤਰ੍ਹਾਂ ਮਹਾਰਾਜ ਜੀ ਨੇ ਕਿਹਾ। ਜਨਮ ਮਰਨ ਕੀ ਕਟੈ ਜੋ ਬੇਰੀ। ਹਾਂ, ਕਹਿਣ ਲੱਗੇ ਜੋ ਉਹ ਪਰਮੇਸ਼ਰ ਹੈ ਭਾਈ ਬਾਲਾ, ਉਹ ਐਡਾ ਬਲਵਾਨ ਹੈ, ਐਡਾ ਦਿਆਲੂ ਹੈ, ਜਿਹੜਾ ਉਹਨੂੰ ਪ੍ਰੇਮ ਨਾਲ ਯਾਦ ਕਰਦਾ ਉਹ ਤਾਂ ਜਨਮ ਮਰਨ ਦੇ ਚੱਕਰ ਕੱਟ ਦਿੰਦਾ ਹੈ। ਉਹ ਤਾਂ ਜਨਮ ਮਰਨ ਦੇ ਚੱਕਰ ਕੱਟ ਦਿੰਦਾ ਹੈ। ਕਾਰ ਕਰੈ ਸਭ ਹੀ ਕਰਤਾਰਾ। ਹਾਂ ਭਾਈ ਬਾਲਾ, ਉਹ ਕਰਤਾਰ ਸਭ ਦੀ ਸਾਰ ਕਰਦਾ ਹੈ, ਸਭ ਦੇ ਕਾਰਜਾਂ ਨੂੰ ਸਵਾਰਦਾ ਹੈ। ਰਹੋ ਠਾਂਡੋ ਮਦ ਈਠ ਹਮਾਰਾ। ਇਸ ਕਰਕੇ ਸਾਡਾ ਬਚਨ ਮੰਨ ਕੇ ਤੁਸੀਂ ਮੋਦੀਖਾਨੇ ਦੀ ਕਾਰ ਨੂੰ ਕਮਾਉਂਦੇ ਰਹੋ। ਏਕ ਮਾਸ ਲੋ ਹਮਰੋ ਆਵਨ। ਹੁਣ ਮਹਾਰਾਜ ਜੀ ਨੇ ਬਚਨ ਕਿਹਾ, ਅਸੀਂ 1 ਮਹੀਨਾ ਰਾਏ ਭੋਏ ਦੀ ਤਲਮੰਡੀ 'ਚ ਰਵਾਂਗੇ। ਅਸੀਂ 1 ਮਹੀਨਾ ਰਾਏ ਭੋਏ ਦੀ ਤਲਮੰਡੀ ਰਵਾਂਗੇ, ਉਹ ਤੋਂ ਮਗਰੋਂ ਵਾਪਸ ਫੇਰ ਇੱਥੇ ਸੁਲਤਾਨਪੁਰ ਲੋਧੀ ਆ ਜਾਵਾਂਗੇ। ਤਾਵਦ ਰਹੀਏ ਰੀਤ ਸੁਹਾਵਨ। ਹਾਂ, ਇਸ ਕਰਕੇ ਉਦੋਂ ਤੱਕ ਤੁਸੀਂ ਇੱਥੇ ਹੀ ਮੋਦੀਖਾਨੇ ਦੇ ਉੱਪਰ ਨੌਕਰੀ ਕਰੋ। ਕਿਉਂ ਸੁਨ ਮੈਂ ਸੁਖ ਪਾਏ ਕਨੇਰਾ। ਇਸ ਪ੍ਰਕਾਰ ਮੈਂ ਫਿਰ ਕਹਿੰਦੇ ਭਾਈ ਬਾਲਾ ਜੀ, ਮੈਂ ਕਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਨਹੀਂ ਪਲਟਿਆ। ਜਦੋਂ ਮੈਨੂੰ ਕਹਿ ਦਿੱਤਾ ਤਾਂ ਮੈਂ ਮਹਾਰਾਜ ਦਾ ਬਚਨ ਮੰਨ ਕੇ ਫਿਰ ਮੈਂ
ਸੁਲਤਾਨਪੁਰ ਲੋਧੀ ਦੇ ਵਿੱਚ ਹੀ ਰਹਿ ਗਿਆ। ਕਹਿਓ ਬਚਨ ਹੋ ਰਾਵਰ ਚੇਰਾ। ਮੈਂ ਕਿਹਾ ਮਹਾਰਾਜ ਜੀ ਮੈਂ ਤਾਂ ਆਪ ਦਾ ਸੇਵਕ ਹਾਂ, ਜਿਵੇਂ ਤੁਹਾਡੀ ਮਰਜ਼ੀ, ਮੈਂ ਤਾਂ ਤੁਹਾਡਾ ਬਚਨ ਮੰਨਣਾ, ਮੇਰਾ ਤਾਂ ਜੀਵਨ ਤੁਹਾਡੇ ਅਨੁਸਾਰ ਹੈ। ਇਸ ਤਰ੍ਹਾਂ ਭਾਈ ਬਾਲਾ ਜੀ ਨੇ ਕਿਹਾ। ਕਰ ਕਰਨਾ ਦੀ ਜੈ ਬਾਰੇ ਐਸੇ। ਹਾਂ, ਫਿਰ ਭਾਈ ਬਾਲਾ ਜੀ ਨੇ ਕਿਹਾ ਅੱਛਾ ਫਿਰ ਇਉਂ ਕਰੋ ਮਹਾਰਾਜ ਜੀ, ਇੱਕ ਮੇਰੇ ਤੇ ਉੱਪਰ ਕਿਰਪਾ ਕਰੋ, ਮੈਨੂੰ ਇੱਕ ਵਰ ਦੇਵੋ। ਤੁਮ ਆਇਸ ਪਹਿਲੋਂ ਨਹਿ ਕੈਸੇ। ਹਾਂ, ਕਹਿਣ ਲੱਗੇ ਦੁਆਰੇ ਪੜਿਓ। ਤੁਮ ਆਇਸ ਪਹਿਲੋਂ ਨਹਿ ਕੈਸੇ। ਕਿ ਮਹਾਰਾਜ ਜੀ ਕਿ ਇੱਕ ਵਰ ਦਿਓ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਦੱਸ ਭਾਈ ਬਾਲਾ ਕੀ ਕਹਿੰਦਾ ਹੈ। ਕਹਿਣ ਲੱਗਿਆ ਮਹਾਰਾਜ ਮੈਂ ਇੱਥੇ ਮੋਦੀ ਖਾਨੇ ਦੀ ਕਾਰ ਭੇਟਾ ਕਰਦੇ ਤੁਹਾਡੇ ਬਚਨ ਨੂੰ ਨਾ ਭੁੱਲਾਂ। ਜਿਵੇਂ ਤੁਹਾਡੇ ਚਿੱਤ ਹੈ, ਜਿਵੇਂ ਤੁਸੀਂ ਚਾਹੁੰਦੇ ਹੋ, ਉਸੇ ਅਨੁਸਾਰ ਤੁਸੀਂ ਮੋਦੀ ਖਾਨੇ ਦੀ ਕਾਰ ਮੇਰੇ ਪਾਸੋਂ ਕਿਰਾਏ ਲੈਣੀ, ਮੈਂ ਕਿਤੇ ਭੁੱਲ ਨਾ ਜਾਵਾਂ। ਐਸੀ ਮੇਰੇ ਦੇ ਉੱਪਰ ਕਿਰਪਾ ਕਰੋ। ਮਾਇਆ ਬੜੀ ਪ੍ਰਬਲ ਹੈ ਮਹਾਰਾਜ, ਕਿਸੇ ਗਰੀਬ ਦਾ ਮੇਰੇ ਪਾਸੋਂ ਦਿਲ ਨਾ ਦੁਖ ਜੇ, ਕਿਸੇ ਗਰੀਬ ਨੂੰ ਮੇਰੇ ਹੱਥੋਂ ਕੋਈ ਵਸਤੂ ਨਾ ਪ੍ਰਾਪਤ ਹੋਵੇ, ਕਿਤੇ ਕੋਈ ਭੁੱਖਾ ਨੰਗਾ ਨਾ ਸੋਵੇ, ਕਿਤੇ ਮੈਂ ਭੁੱਲ ਜਾਵਾਂ, ਮੇਰੇ ਤੋਂ ਕੋਈ ਗਲਤੀ ਹੋ ਜੇ। ਇਸ ਕਰਕੇ ਮੈਨੂੰ ਵਰ ਦਿਓ ਕਿ ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਦੀ ਮੈਂ ਕਾਰ ਫਿਰ ਮੋਦੀਖਾਨੇ ਤੇ ਰਹਿ ਕੇ ਕਰਾਂ, ਇਹ ਵਰ ਦਿਓ ਮੈਨੂੰ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਭਾਈ ਬਾਲਾ ਜੀ ਇਸ ਤਰ੍ਹਾਂ ਲੱਗੇ ਕਹਿਣ, ਰਹੋ ਸਦਾ ਮੈਂ ਹੈ ਅਨੁਸਾਰੀ। ਸਦਾ ਹੀ ਮੇਰਾ ਜੀਵਨ ਆਪ ਜੀ ਦੇ ਅਨੁਸਾਰ ਹੀ ਰਹੇ। ਇਸ ਤਰ੍ਹਾਂ ਭਾਈ ਬਾਲਾ ਜੀ ਨੇ ਕਹੀ ਗੱਲ। ਹਿਰਦੇ ਲਾਲਸਾ ਯਹੀ ਹਮਾਰੀ। ਮੇਰੇ ਤਾਂ ਮਨ ਵਿੱਚ ਇੱਕੋ ਇੱਕ ਇੱਛਾ ਹੈ ਵੀ ਮੇਰਾ ਸਾਰਾ ਹੀ ਜੀਵਨ, ਭਾਈ ਬਾਲਾ ਜੀ ਕਹਿੰਦੇ, ਹੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਅਨੁਸਾਰ ਰਹੇ, ਤੁਹਾਡੇ ਅਨੁਸਾਰ ਰਹੇ ਮੇਰਾ ਜੀਵਨ। ਜੋ ਤੁਸੀਂ ਕਹੋ ਉਹ ਮੈਂ ਬੋਲਾਂ, ਜੋ ਤੁਸੀਂ ਕੰਮ ਕਹੋ ਉਹ ਮੈਂ ਕੰਮ ਕਰਾਂ, ਜੋ ਤੁਹਾਡਾ ਮਨ ਕਰੇ ਉਹ ਮੇਰੇ ਮਨ ਵਿੱਚ ਆਵੇ। ਹੇ ਮਹਾਰਾਜ ਤੁਹਾਡੇ ਤੋਂ ਬਿਨਾ ਨਾ ਮੇਰਾ ਮਨ ਨਾ ਤਨ ਤੁਹਾਡੀ ਆਗਿਆ ਤੋਂ ਕਦੇ ਬਾਹਰ ਨਾ ਹੋਵੇ, ਐਸੀ ਦਇਆ ਕਰੋ। ਐਸਾ ਭਗਤ ਸੀ ਭਾਈ ਬਾਲਾ ਜੀ। ਹਾਂਜੀ, ਪ੍ਰੇਮ ਪ੍ਰਸਿੱਧੇ ਸੁਨ ਕਰ ਬਚਨਾ। ਇਸ ਪ੍ਰਕਾਰ ਬੜੇ ਪ੍ਰੇਮ ਦੇ ਬਚਨ ਸੁਣ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਖੁਸ਼ ਹੋ ਗਏ। ਕਹਿਓ ਹੋਏ ਮਨ ਹਰ ਸੰਗ ਖਚਨਾ। ਕਹਿਣ ਲੱਗੇ ਭਾਈ ਬਾਲਾ ਭਾਈ ਤੈਨੂੰ ਸਦਾ ਹੀ ਕਰਤਾਰ ਚਿੱਤ ਆਵੇ, ਤੂੰ ਕਦੇ ਨਹੀਂ ਭੁੱਲੇਗਾ, ਤੂੰ ਭਾਈ ਹਮੇਸ਼ਾ ਉਸ ਸੱਚੇ ਪ੍ਰਮਾਤਮਾ ਦੇ ਭਾਣੇ ਵਿੱਚ ਰਹੇਗਾ, ਤੈਨੂੰ ਕਰਤਾਰ ਚਿੱਤ ਆਵੇ। ਇਸ ਤਰ੍ਹਾਂ ਮਹਾਰਾਜ ਜੀ ਨੇ ਵਚਨ ਕੀਤਾ। ਕਰੀ ਬਹਰ ਤਲਵੰਡੀ ਤਿਆਰੀ। ਫਿਰ ਇਹ ਗੱਲ ਤੇ ਸਾਰੇ ਦੀ ਸਹਿਮਤੀ ਹੋਈ। ਫਿਰ ਸਾਰਿਆਂ ਨੇ ਤਿਆਰੀ ਕੀਤੀ ਰਾਏ ਭੋਏ ਕੀ ਤਲਵੰਡੀ ਜਾਣ ਦੀ। ਜੋ ਬਰਾਤ ਸਭ ਸੰਗ ਸਿਧਾਰੀ। ਸਾਰੀ ਬਰਾਤ ਹੁਣ ਨਾਲ ਤਿਆਰ ਹੋ ਗਈ। ਮੈਂ ਪਿੱਛੇ ਕੀਨੀ ਕ੍ਰਿਤ ਮੋਦੀ। ਭਾਈ ਬਾਲਾ ਜੀ ਕਹਿਣ ਲੱਗਿਆ ਹੁਣ ਫਿਰ ਮੈਂ ਜੋ ਪਿੱਛੇ ਸੀ ਮੈਂ ਸਾਰੀ ਉਹ ਕੀਰਤੀ ਕੀਤੀ। ਕਯੋ ਖਰਚ ਜੋ ਚਹਿਨ ਰਿਪ ਲੋਦੀ। ਹੁਣ ਜਿਵੇਂ ਜਿਵੇਂ ਵੀ ਕੋਈ ਚੀਜ਼ ਮੰਗਦਾ ਉਹ ਮੈਂ ਵਸਤੂਆਂ ਵੰਡੀ ਗਿਆ, ਔਰ ਜਿਹੜਾ ਧਨ ਹੁੰਦਾ ਉਹ ਜਾ ਕੇ ਮੈਂ ਦੌਲਤ ਖਾਂ ਦੇ ਉੱਥੇ ਖਜ਼ਾਨਚੀ ਕੋਲ ਜਮ੍ਹਾਂ ਕਰਾਇਆ ਕਰਦਾ। ਇਸ ਪ੍ਰਕਾਰ ਮੈਂ ਮੋਦੀਖਾਨੇ ਦੀ ਕਾਰ ਚਲਾਉਂਦਾ ਰਿਹਾ। ਹੁਣ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਹਨ। ਵਸਤ ਸਭਨ ਕੇ ਅਤੁੱਟ ਭੰਡਾਰਾ। ਕਹਿਣ ਲੱਗੇ ਫਿਰ ਜਿਵੇਂ ਮਾਹਰ ਦਾ ਬਚਨ ਸੀ, ਬੜੇ ਅਤੁੱਟ ਭੰਡਾਰੇ ਮੈਂ ਵਰਤਾਏ। ਆਪਨ ਬੈਸਾ ਦੇਉ ਸੁਖਾਰਾ। ਤੇ ਕਹਿਣ ਲੱਗੇ ਆਪ ਹੀ ਸਾਰੇ ਕੰਮ ਕਾਜ ਹੋਈ ਗਏ, ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ। ਇਸ ਤਰ੍ਹਾਂ ਭਾਈ ਬਾਲਾ ਜੀ ਲੱਗੇ ਕਹਿਣ। ਦੋਹਰਾ ਬਾਲਾ ਕਹਿ ਦੇਖੇ ਨਹੀਂ ਤਲਵੰਡੀ ਜੋ ਆਨੰਦ। ਫਿਰ ਭਾਈ ਬਾਲਾ ਜੀ ਚੁੱਪ ਹੋ ਗਏ। ਹੁਣ ਗੁਰੂ ਅੰਗਦ ਦੇਵ ਜੀ ਔਰ ਬਾਕੀ ਸੰਗਤ ਕਹਿੰਦੀ ਭਾਈ ਬਾਲਾ ਜੀ ਫਿਰ ਕੀ ਅੱਗੇ ਹੋਈ ਗੱਲ ਕਿ ਜਦੋਂ ਸਾਰਿਆਂ ਨੇ ਤਿਆਰੀ ਕਰ ਲਈ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਜਾਣ ਦੀ, ਰਾਏਭੋਏ ਦੀ ਤਲਵੰਡੀ, ਤਾਂ ਫਿਰ ਭਾਈ ਬਾਲਾ ਜੀ ਕਹਿੰਦੇ ਵੀ ਧੰਨ ਗੁਰੂ ਨਾਨਕ ਦੇਵ ਜੀ, ਮਾਤਾ ਸੁਲੱਖਣੀ ਜੀ, ਮਹਿਤਾ ਕਾਲੂ ਜੀ, ਹੋਰ ਬੇਦੀ ਕੁਲ ਦੇ ਸਾਕ ਸੰਬੰਧੀ ਸਾਰੇ ਚਲੇ ਗਏ ਰਾਏਭੋਏ ਦੀ ਤਲਵੰਡੀ, ਤੇ ਮੈਂ ਰਹਿ ਗਿਆ ਫਿਰ ਸੁਲਤਾਨਪੁਰ ਲੋਧੀ। ਫਿਰ ਉੱਥੇ ਕੀ ਹੋਇਆ ਕੀ ਨਹੀਂ ਇਸ ਗੱਲ ਦੀ ਮੈਨੂੰ ਪੱਕੀ ਪੂਰੀ ਖਬਰ ਨਹੀਂ, ਕਿਉਂਕਿ ਹੁਣ ਤੱਕ ਮੈਂ ਜਿੰਨਾ ਕੁਛ ਆਪ ਜੀ ਨੂੰ ਸੁਣਾਈ ਹੈ ਸਾਖੀ ਉਹ ਮੈਂ ਅੱਖੀ ਦੇਖੀ ਗੱਲ ਸੁਣਾਈ ਹੈ।
ਫਿਰ ਭਾਈ ਬਾਲਾ ਜੀ ਲੱਗੇ ਹਾਂ ਕਹਿਣ ਲੱਗੇ, ਜਿਵੇਂ ਅੱਗੇ ਹੋਈ ਗੱਲ, ਜਿਵੇਂ ਅੱਗੇ ਹੋਈ ਗੱਲ ਮੈਂ ਤੁਹਾਨੂੰ ਅੱਗੇ ਸੁਣੀ ਹੈ, ਮੈਂ ਅੱਗੇ ਗੱਲ ਉਹ ਮੈਂ ਤੁਹਾਨੂੰ ਉਸੇ ਤਰ੍ਹਾਂ ਬਚਨ ਸੁਣਾਉਂਦਾ ਹਾਂ। ਸੁਨੇ ਸੋ ਜਿਸ ਬਿਦ ਹਾਂ ਕਹਾਂ, ਸ੍ਰੀ ਅੰਗਦ ਸੁਖ ਕੰਦ। ਕਹੇ ਗੁਰੂ ਅੰਗਦ ਦੇਵ ਜੀ, ਜਿਸ ਪ੍ਰਕਾਰ ਮੈਂ ਅੱਗੇ ਬਚਨ ਸੁਣੇ ਨੇ, ਮੈਂ ਉਹ ਤੁਹਾਨੂੰ ਬਚਨ ਹੁਣ ਸੁਣਾਉਂਦਾ ਹਾਂ। ਚੌਪਈ ਤਲਵੰਡੀ ਕੇ ਨਿਕਟ ਪਹੁੰਚੇ। ਤਾਂ ਇਸ ਪ੍ਰਕਾਰ ਕਹਿਣ ਲੱਗੇ। ਫਿਰ ਬਾਕੀ ਜਿਹੜੀ ਸਾਰੀ ਬਰਾਤ ਸੀ ਉੱਥੋਂ ਸਾਕ ਸੰਬੰਧੀ ਸਾਰੇ ਤਲਵੰਡੀ ਦੇ ਨਿਕਟ ਪਹੁੰਚ ਗਏ, ਰਾਏ ਭੋਜ ਦੀ ਤਲਵੰਡੀ ਪਹੁੰਚ ਗਏ। ਬਾਜਤ ਬਾਜੇ ਜਿਨ ਧੁਨ ਉੱਚੇ। ਉਸੇ ਪ੍ਰਕਾਰ ਸਾਰਾ ਰੌਣਕ ਮੇਲਾ ਹੋਇਆ, ਢੋਲ ਢਮੱਕੇ ਵੱਜੇ। ਤਬ ਪੁਰ ਪਾਈ ਸਾਗਰ ਸੋਭਾ। ਤਾਂ ਇਸ ਪ੍ਰਕਾਰ ਜਦੋਂ ਰਾਏ ਭੋਏ ਕੀ ਤਲਵੰਡੀ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ, ਰਾਏ ਭੋਏ ਦੀ ਤਲਵੰਡੀ ਸਾਰਿਆਂ ਨੂੰ ਪਤਾ ਲੱਗਿਆ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਹੋ ਗਈ ਹੈ, ਵਿਆਹ ਹੋ ਗਿਆ, ਔਰ ਉਹ ਬਰਾਤ ਜਿਹੜੀ ਹੈ ਵਾਪਸ ਆ ਰਹੀ ਹੈ ਤੇ ਨਾਲ ਉਹਨਾਂ ਦੇ ਡੋਲਾ ਹੈ। ਇਸ ਤਰ੍ਹਾਂ ਕਰਕੇ ਮਹਿਤਾ ਕਾਲੂ ਜੀ ਬੜੇ ਖੁਸ਼ੀਆਂ ਕਰਦੇ ਆ ਰਹੇ ਨੇ। ਹੁਣ ਰਾਏ ਭੋਏ ਦੇ ਤਲਵੰਡੀ ਤੇ ਜਿੰਨੇ ਗਰੀਬ ਲੋਕ ਸਨ ਉਹਨਾਂ ਨੂੰ ਪਤਾ ਲੱਗਿਆ ਵੀ ਬੜਾ ਧਨ ਵਾਰਦੇ ਹਨ ਮਹਿਤਾ ਕਾਲੂ ਜੀ, ਚਾਚਾ ਲਾਲੂ ਜੀ, ਹੋਰ ਬੇਦੀ ਕੁਲ ਦੇ ਬਜ਼ੁਰਗ। ਉਹ ਧਨ ਚੁੱਕਣ ਵਾਸਤੇ, ਧਨ ਲੈਣ ਵਾਸਤੇ ਬਹੁਤ ਦੁਨੀਆ ਇਕੱਠੀ ਹੋ ਜਾਂਦੀ ਹੈ। ਹਾਂਜੀ, ਉਮਗੇ ਨਰ ਜਨ ਬੜਿਓ ਸ਼ੋਭਾ। ਇਸ ਪ੍ਰਕਾਰ ਬਹੁਤ ਜਿਹੜੀ ਦੁਨੀਆ ਹੈ ਉਹ ਇਕੱਠੀ ਹੋ ਗਈ। ਇਸ ਪ੍ਰਕਾਰ ਫਿਰ ਬੇਬੇ ਮਾਤਾ ਤ੍ਰਿਪਤਾ ਜੀ ਨੂੰ ਜਦੋਂ ਪਤਾ ਲੱਗਿਆ, ਸਾਰੇ ਬੇਦੀ ਕੁਲ ਦੀਆਂ ਮਾਈ ਲੋਕ ਇਕੱਠੀਆਂ ਹੋ ਕੇ ਸਾਰੀਆਂ ਅੱਗੋਂ ਮੂਹਰੋਂ ਹੋ ਕੇ ਚੌਲਾੜ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਔਰ ਮਾਤਾ ਸੁਲੱਖਣੀ ਜੀ ਨੂੰ ਮੂਹਰੋਂ ਲੈ ਕੇ ਲੈਣ ਵਾਸਤੇ ਆਏ। ਫਿਰ ਜਿਸ ਪ੍ਰਕਾਰ ਉਸ ਵੇਲੇ ਦੀ ਜਿਵੇਂ ਰੀਤ ਸੀ, ਉਹ ਸਾਰੀਆਂ ਰੀਤਾਂ ਹੋਈਆਂ। ਤਾਂ ਸਾਰੀ ਬਰਾਤ ਜਿਹੜੀ ਹੈ ਉਹ ਸਾਰੇ ਪਰਿਵਾਰ ਦੇ ਵਿੱਚ ਆ ਕੇ ਪ੍ਰਸ਼ਾਦਾ ਪਾਣੀ ਛਕਦੇ ਨੇ, ਸਾਰੇ ਬਹਿ ਜਾਂਦੇ ਨੇ। ਹੁਣ ਜਿਹੜੇ ਸਾਕ ਸੰਬੰਧੀ ਗਏ ਹੋਏ ਸਨ ਸਾਰੇ, ਕਈ ਦਿਨ 5 ਦਿਨ ਹੋ ਗਏ ਸਨ ਇਸ ਤਰ੍ਹਾਂ ਵਿਆਹ ਚੱਲਦੇ ਨੂੰ। ਸੋ ਇਸ ਪ੍ਰਕਾਰ ਸਾਰੇ ਆਪੋ ਆਪਣੇ ਘਰ ਨੂੰ ਚਲੇ ਗਏ। ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਹਿਤਾ ਕਾਲੂ ਜੀ ਕਹਿੰਦੇ ਹਨ ਕਿ ਤੁਹਾਨੂੰ ਰਾਏ ਬਲਾਰ ਜੀ ਬਹੁਤ ਯਾਦ ਕਰਦੇ ਨੇ, ਕਿ ਤੁਹਾਨੂੰ ਹੁਣ ਰਾਏ ਬਲਾਰ ਜੀ ਦੇ ਕੋਲੇ ਜਾਣਾ ਚਾਹੀਦਾ ਹੈ। ਤਾਂ ਉਸ ਵੇਲੇ ਭਾਈ ਮਰਦਾਨਾ ਜੀ ਨਾਲ ਗਏ, ਮਹਿਤਾ ਕਾਲੂ ਜੀ ਨਾਲ ਹਨ, ਚਾਚਾ ਲਾਲੂ ਜੀ ਨਾਲ ਹਨ, ਔਰ ਨਾਨਾ ਜੀ, ਮਾਮਾ ਜੀ ਸਾਰੇ ਰਾਏ ਬਲਾਰ ਜੀ ਦੇ ਕੋਲੇ ਗਏ। ਜਦੋਂ ਰਾਏ ਬਲਾਰ ਜੀ ਦੇ ਕੋਲੇ ਗਏ, ਰਾਏ ਬਲਾਰ ਜੀ ਨੂੰ ਪਤਾ ਲੱਗਿਆ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਹਨ। ਰਾਏ ਬਲਾਰ ਜੀ ਦੇ ਜਿਵੇਂ ਕਚਹਿਰੀ ਲੱਗੀ ਹੁੰਦੀ ਹੈ, ਹੁਣ ਰਾਜੇ ਸਾਨੂੰ ਮੰਤਰੀ ਸੰਤਰੀ ਅਹਿਲਕਾਰ ਸਾਰੇ ਬੈਠੇ। ਰਾਏ ਬਲਾਰ ਜੀ ਆਪਣੇ ਤਖਤ ਤੋਂ ਉੱਠ ਕੇ ਮੂਹਰੋਂ ਲੈਣ ਵਾਸਤੇ ਆਏ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਾਏ ਬੁਲਾਰ ਜੀ ਦੇ ਗੋਡੀ ਹੱਥ ਲਾਣਾ ਚਾਹਿਆ, ਭਾਵ ਰਾਏ ਬੁਲਾਰ ਜੀ ਅੱਗੇ ਨਹੀਂ ਬਣਾ ਚਾਹਿਆ। ਰਾਏ ਬੁਲਾਰ ਜੀ ਨੇ ਬਾਹਾਂ ਤੋਂ ਫੜ ਕੇ ਆਪਣੀ ਗਲਵੱਕੜੀ ਦੇ ਵਿੱਚ ਲੈ ਲਿਆ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ। ਬੜਾ ਪ੍ਰੇਮ ਜਤਾਉਂਦੇ ਨੇ, ਅੱਖਾਂ ਵਿੱਚ ਅਥਰੂ ਹਨ। ਰਾਏ ਬੁਲਾਰ ਜੀ ਕਹਿਣ ਲੱਗੇ, ਹੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, ਤੁਸੀਂ ਮੇਰੇ ਗੁਰੂ ਹੋ, ਮੈਂ ਤੁਹਾਡੇ ਵਿੱਚ ਖੁਦਾ ਨੂੰ ਦੇਖਦਾ ਹਾਂ, ਇਸ ਕਰਕੇ ਤੁਸੀਂ ਮੈਨੂੰ ਪਾਪ ਨਾ ਚੜਾਓ। ਮੈਂ ਤਾਂ ਅਭਾਗਾ ਹਾਂ, ਪਤਾ ਨਹੀਂ ਮੈਂ ਕਿੰਨੇ ਮਾੜੇ ਕਰਮ ਕੀਤੇ ਹੋਣਗੇ। ਸੋ ਮਹਾਰਾਜ, ਹੁਣ ਮੈਂ ਆਪ ਦੀ ਸਰਨੀ ਡਿੱਗਿਆ ਹਾਂ, ਮੈਨੂੰ ਭਾਰ ਨਾ ਚੜਾਓ। ਸਦਾ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖੋ। ਮੈਂ ਸਦਾ ਤੁਹਾਡੇ ਚਰਨਾਂ ਨੂੰ ਪੂਜਦਾ ਰਹਾਂ, ਤੁਹਾਡਾ ਜਸ ਕਰਦਾ ਰਹਾਂ, ਜਸ ਸੁਣਦਾ ਰਹਾਂ, ਤੁਹਾਡੀ ਮੂਰਤ ਮੇਰੇ ਹਿਰਦੇ ਵਿੱਚ ਵਸ ਜਾਵੇ। ਔਰ ਰਾਏ ਬੁਲਾਰ ਜੀ ਕਹਿੰਦਾ ਪ੍ਰੇਮ ਵਿੱਚ ਆ ਕੇ ਕਿ ਮੇਰੇ ਆਖਰੀ ਸਾਹ ਤੱਕ ਤੁਸੀਂ ਮੈਨੂੰ ਯਾਦ ਰਹੋ ਔਰ ਮੇਰਾ ਜੀਵਨ ਤੁਹਾਡਾ ਗੁਣ ਗਾਉਂਦੇ ਹੋਏ ਲੰਘੇ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਬਣੀ ਰਹੇ। ਔਰ ਰਾਏ ਬੁਲਾਰ ਜੀ ਕਹਿਣ ਲੱਗੇ ਕਿ ਮੇਰੀ ਬਿਰਧ ਅਵਸਥਾ ਹੋ ਗਈ ਹੈ, ਆਪ ਜੀ ਦੇ ਬੜੇ ਬਹੁਤ ਚਿਰ ਦਰਸ਼ਨ ਨਹੀਂ ਹੁੰਦੇ, ਮੇਰੇ ਤੇ ਇੱਕ ਕਿਰਪਾ ਕਰਨੀ। ਜਿਸ ਵੇਲੇ ਮੇਰਾ ਅੰਤਮ ਸਮਾਂ ਆਵੇ,
ਆਪ ਕਿਰਪਾ ਕਰਕੇ ਮੇਰੀ ਇੱਕੋ ਇੱਕ ਤਿਬਰ ਇੱਛਾ ਹੈ ਕਿ ਮੈਂ ਆਪ ਦੇ ਦਰਸ਼ਨ ਕਰਦਾ ਹੋਇਆ ਇਹ ਮੈਂ ਆਪਣੇ ਸਰੀਰ ਨੂੰ ਛੱਡਾਂ। ਧੰਨ ਸਾਹਿਬ ਸ੍ਰੀ ਗੁਰੂ ਮਹਾਰਾਜ ਜੀ ਕਹਿਣ ਲੱਗੇ, ਹੇ ਰਾਏ ਬੁਲਾਰ ਜੀ, ਤੁਸੀਂ ਸਾਡੇ ਮਾਲਕ ਹੋ, ਰਾਜਾ ਹੋ ਸਾਡੇ, ਅਸੀਂ ਤੁਹਾਡੀ ਪ੍ਰਜਾ ਹਾਂ। ਠੀਕ ਹੈ, ਤੁਸੀਂ ਸਾਨੂੰ ਪ੍ਰੇਮ ਕਰਦੇ ਹੋ। ਫਿਰ ਰਾਏ ਬੁਲਾਰ ਜੀ ਬੋਲਿਆ, ਮਹਾਰਾਜ ਜੀ ਸਾਡੇ ਦੇ ਉੱਪਰ ਮਾਇਆ ਨਾ ਪਾਓ। ਮੈਂ ਤਾਂ ਕਾਲੂ ਜੀ ਦੇ ਉੱਪਰ ਤਾਂ ਮਾਇਆ ਪਈ ਹੋਈ ਹੈ, ਤੁਹਾਨੂੰ ਨਹੀਂ ਉਹ ਪਛਾਣ ਸਕਦੇ, ਪਰ ਕਿਰਪਾ ਕਰਕੇ ਖੁਦਾ ਦਾ ਵਾਸਤਾ ਮੇਰੇ ਉੱਪਰ ਮੋਹ ਮਾਇਆ ਦਾ ਜਾਲ ਨਾ ਪਾਓ। ਮੇਰੇ ਮਨ ਦੇ ਅੰਦਰ ਸ਼ਰਧਾ ਵਿਸ਼ਵਾਸ ਬਣਿਆ ਰਹਿਣ ਦਿਓ। ਮੈਂ ਸ਼ਰਧਾ ਵਿਸ਼ਵਾਸ ਹਿਰਦੇ ਵਿੱਚ ਧਾਰਨ ਕਰਕੇ ਆਪ ਦੇ ਦਰਸ਼ਨ ਕਰਦਾ, ਆਪ ਜੀ ਨੂੰ ਲੋਚਦਾ। ਫਿਰ ਰਾਏ ਬੁਲਾਰ ਜੀ ਨੇ ਸਤਕਾਰ ਦੇ ਨਾਲ ਸੱਜੇ ਪਾਸੇ ਆਪਣੇ ਤਖਤ ਤੇ ਗੁਰੂ ਨਾਨਕ ਦੇਵ ਜੀ ਨੂੰ ਬਿਠਾਇਆ। ਆਪ ਰਾਏ ਬੁਲਾਰ ਜੀ ਹੇਠਾਂ ਬੈਠਣਾ ਚਾਹੁੰਦੇ ਸਨ, ਪਰ ਮਹਾਰਾਜ ਜੀ ਨੇ ਬੈਠ ਨਹੀਂ ਦਿੱਤਾ, ਨਾਲ ਫੜ ਕੇ ਬਿਠਾ ਲਿਆ। ਰਾਏ ਬੁਲਾਰ ਜੀ ਹੱਥ ਜੋੜ ਕੇ ਬੜੇ ਅਦਬ ਸਤਕਾਰ ਦੇ ਨਾਲ ਬੈਠੇ ਨੇ। ਮੈਂ ਤਾਂ ਕਾਲੂ ਜੀ, ਲਾਲੂ ਜੀ, ਹੋਰ ਸਾਰੇ ਸਾਕ ਸੰਬੰਧੀ ਉਹ ਵੀ ਬੈਠ ਜਾਂਦੇ ਨੇ। ਫਿਰ ਰਾਏ ਬੁਲਾਰ ਜੀ ਪੁੱਛਦੇ ਨੇ ਵੀ ਵਿਆਹ ਦੇ ਵਿੱਚ ਸੁਖ ਸ਼ਾਂਤੀ ਰਹੀ ਸਾਰੇ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪੁੱਛਿਆ। ਮਹਾਰਾਜ ਜੀ ਤਾਂ ਨਹੀਂ ਬੋਲੇ, ਖੈਰ ਮਰਦਾਨਾ ਬੋਲ ਪਿਆ। ਮਰਦਾਨਾ ਕਹਿਣ ਲੱਗਿਆ, ਹੇ ਰਾਏ ਬੁਲਾਰ ਜੀ, ਐਸਾ ਸੋਭਾ, ਐਸੇ ਵਿਆਹ ਮੈਂ ਕਦੇ ਨਹੀਂ ਦੇਖਿਆ ਆਪਣੀ ਜ਼ਿੰਦਗੀ 'ਚ। ਹੁਣ ਮਰਦਾਨਾ ਜੀ ਸੁਭਾਅ ਸੀ ਮਰਦਾਨਾ ਜੀ ਦਾ, ਇੰਨਾ ਧਨ ਪਦਾਰਥ ਮੈਂ ਤਾਂ ਕਾਲੂ ਜੀ ਨੇ ਲਟਾਇਆ, ਸਾਰੇ ਪਾਸੇ ਸੋਭਾ ਹੋਈ। ਦੌਲਤ ਰਾਏ ਨੇ, ਦੌਲਤ ਖਾਨ ਨੇ ਵੀ, ਲੋਧੀ ਨੇ ਵੀ, ਸੁਲਤਾਨਪੁਰ ਵਾਲੇ ਨੇ ਵੀ ਬੜੇ ਰੱਥ ਹਾਥੀ ਭੇਜੇ, ਬੜਾ ਸਤਿਕਾਰ ਕਰਦੇ ਨੇ। ਬੜੀ ਗੁਰੂ ਨਾਨਕ ਜੀ ਦੀ ਸੋਭਾ ਸਾਰੇ ਪਾਸੇ ਹੋਈ। ਜਿੱਤੇ ਰੰਧਾਵੇ ਨੇ ਵੀ ਜਸ ਗਾਇਆ, ਬਟਾਲੇ ਦੇ ਵਿੱਚ ਸਾਰੇ ਪਾਸੇ ਸੋਭਾ ਹੋਈ, ਬੜਾ ਆਨੰਦ ਵਰਤਿਆ। ਸੋ ਇਸ ਤਰ੍ਹਾਂ ਕਰਕੇ ਰਾਏ ਬੁਲਾਰ ਜੀ ਖੁਸ਼ ਹੋਈ ਜਾਂਦੇ ਨੇ ਮਹਾਰਾਜ ਜੀ ਦੀ ਸੋਭਾ ਸੁਣ ਕੇ। ਹੁਣ ਫਿਰ ਇਸ ਪ੍ਰਕਾਰ ਰਾਏ ਬੁਲਾਰ ਜੀ ਤੋਂ ਆਗਿਆ ਲੈ ਕੇ ਸਾਰਾ ਪਰਿਵਾਰ ਵਾਪਸ ਘਰ ਚਲਿਆ ਜਾਂਦਾ ਹੈ। ਹੁਣ ਫਿਰ ਕੱਲ ਨੂੰ ਜੋ ਸਭ ਤੋਂ ਪਹਿਲਾਂ ਹਰਦਿਆਲ ਦਾਸ ਪੰਡਿਤ ਜੀ ਸੀ ਪ੍ਰੋਹਤ, ਜਿਹੜਾ ਜਨੇਊ ਪਾਉਣ ਵੇਲੇ ਜਿਹਨੂੰ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਸੀ, ਅਸਲ 'ਚ ਖਿੱਚ ਤਾਂ ਮਹਾਰਾਜ ਜੀ ਨੂੰ ਉਹ ਪਾ ਰਿਹਾ ਸੀ। ਉਹ ਬਿਰਧ ਹੋ ਗਿਆ ਸੀ, ਉਹਦਾ ਅੰਤਮ ਸਮਾਂ ਆ ਗਿਆ ਸੀ। ਉਹ ਮਹਾਰਾਜ ਜੀ ਨੂੰ ਯਾਦ ਕਰਦਾ ਸੀ ਵੀ ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਇੱਕ ਵਾਰ ਤਾਂ ਦਰਸ਼ਨ ਦੇ ਦਿਓ। ਮੇਰੀ ਮਨ 'ਚ ਲਾਲਸਾ ਹੈ ਵੀ ਉਦੋਂ ਤਾਂ ਤੁਸੀਂ, ਤੁਹਾਡਾ ਬਚਪਨ ਸੀ, ਮੈਂ ਹੁਣ ਤੁਹਾਡੀ ਜੱਗ ਦੇ ਵਿੱਚ ਕੀਰਤੀ ਫੈਲੀ ਹੋਈ ਦੇ ਦਰਸ਼ਨ ਕਰਾਂ। ਜਦੋਂ ਤੁਸੀਂ ਗੁਰੂ ਕਰਕੇ ਪ੍ਰਗਟ ਹੋ ਉਸ ਵੇਲੇ ਮੈਂ ਤੁਹਾਡੇ ਦਰਸ਼ਨ ਕਰਾਂ, ਪਰ ਮੇਰਾ ਅੰਤਮ ਸਮਾਂ ਨੇੜੇ ਆ ਗਿਆ, ਇਸ ਕਰਕੇ ਮੈਨੂੰ ਦਰਸ਼ਨ ਦਿਓ। ਤਾਂ ਮਹਾਰਾਜ ਜੀ ਉਹਦੇ ਤੇ ਕਿਰਪਾ ਕਰਨ ਲਈ ਮਹਾਰਾਜ ਜੀ ਪਹੁੰਚੇ। ਉਹ ਹੁਣ ਸਾਖੀ ਕੱਲ੍ਹ ਨੂੰ ਆਵੇਗੀ। ਸਾਰਾ ਬੜਾ ਪ੍ਰੇਮਮਈ ਪ੍ਰਸੰਗ ਹੈ। ਇੱਥੇ ਹੀ ਕਥਾ ਦੀ ਸਮਾਪਤੀ ਹੈ। ਮਹਾਰਾਜ ਜੀ ਬਖਸ਼ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।